ਹਾਲੇਲੂਇਆ। ਖੁਦਾ ਦਾ ਸ਼ੁਕਰ ਕਰਦੇ ਹਾਂ, ਜਿੱਦਾਂ ਕਿ ਅਸੀਂ ਸਿੱਖ ਰਹੇ ਹਾਂ ਪਿਛਲੇ ਦਿਨਾਂ ਤੋਂ ਕਿ ਕੀ ਤੌਬਾ ਕਰਕੇ ਬਪਤਿਸਮਾ ਲਏ ਹੋਏ ਲੋਕ, ਸਭ ਲੋਕ ਕੀ ਉਹ ਸਵਰਗ ਦੇ ਰਾਜ ਦੇ ਵਿੱਚ ਜਾਣਗੇ, ਜਦ ਕਿ ਸਾਰੀ ਦੁਨੀਆ ਦੇ ਵਿੱਚ ਸਵਰਗ ਦੇ ਰਾਜ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ। ਔਰ ਅਸੀਂ ਦੇਖਦੇ ਹਾਂ ਕਿ ਬਹੁ ਗਿਣਤੀ ਦੇ ਵਿੱਚ ਲੋਕ ਮਸੀਹ ਦੇ ਵਿੱਚ ਸ਼ਾਮਲ ਹੋ ਰਹੇ ਆ, ਲੇਕਿਨ ਬਾਵਜੂਦ ਇਹਦੇ ਕੀ ਜਿਹੜੀਆਂ ਭੀੜਾਂ ਅਸੀਂ ਦੇਖਦੇ ਹਾਂ, ਅਗਰ ਵਚਨ ਦੇ ਅਨੁਸਾਰ ਵਿਚਾਰ ਕਰੀਏ ਤਾਂ ਕੀ ਇਹ ਸਭ ਲੋਕ ਜਿਹੜੇ ਆ ਇਹ ਉਹਦੇ ਰਾਜ ਦੇ ਵਿੱਚ ਦਾਖਲ ਹੋਣਗੇ? ਕਿਉਂਕਿ ਵਚਨ 'ਚ ਲਿਖਿਆ ਕਿ ਸੱਦੇ ਹੋਏ ਤੇ ਬਹੁਤ ਆ, ਪਰ ਚੁਣੇ ਹੋਏ ਥੋੜ੍ਹੇ ਆ। ਸੋ ਅੱਗੇ ਵਚਨ ਇਹ ਵੀ ਦੱਸਦਾ ਹੈ ਵੀ ਉਹ ਸਮਾਂ ਇੱਕ ਐਸਾ ਆਉਣ ਵਾਲਾ ਆ ਜਦੋਂ ਜਿਹੜੇ ਚੁਣੇ ਹੋਏ ਆ ਉਹ ਵੀ ਪਿੱਛੇ ਹਟ ਜਾਣਗੇ। ਸੋ ਇਸ ਤੋਂ ਪਹਿਲਾਂ ਕਿ ਐਸਾ ਸਮਾਂ ਆਵੇ ਕਿ ਚੁਣਿਆ ਹੋਇਆਂ ਦੇ ਲਈ ਵੀ ਇੱਕ ਮੁਸੀਬਤ ਦਾ ਕਾਰਨ ਹੋ ਜਾਏ, ਉਸ ਤੋਂ ਪਹਿਲਾਂ ਸਾਨੂੰ ਜ਼ਰੂਰੀ ਹੈ ਕਿ ਅਸੀਂ ਵਚਨ ਦੇ ਅਨੁਸਾਰ ਆਪਣੇ ਆਪ ਨੂੰ ਤਿਆਰ ਕਰੀਏ। ਹਾਲੇਲੂਇਆ। ਸੋ ਹਰ ਮਸੀਹੀ ਨਾਲ ਜਦੋਂ ਤੁਸੀਂ ਗੱਲ ਕਰੋਗੇ ਤਾਂ ਤਕਰੀਬਨ ਉਹ ਬੜੇ ਗਰਵ ਦੇ ਨਾਲ ਕਹਿ ਜਾਂਦਾ, ਮੈਨੂੰ ਦੂਜਿਆਂ ਦਾ ਤਾਂ ਪਤਾ ਨਹੀਂ ਗਾ, ਪਰ ਮੇਰੀ ਟਿਕਟ ਜਿਹੜੀ ਪੱਕੀ ਹੈ। ਹਾਂਜੀ, ਜਿੱਦਾਂ ਵੀ ਗੱਲ ਕਰੋਗੇ ਹਰੇਕ ਕਹਿੰਦਾ ਮੇਰੀ ਤਾਂ ਟਿਕਟ ਪੱਕੀ ਆ। ਅਤੇ ਅੱਜ ਅਸੀਂ ਦੇਖਦੇ ਹਾਂ ਵੀ ਅਸੀਂ ਕਿਹੜੇ ਦਾਅਵਿਆਂ ਦੇ ਨਾਲ ਕਹਿੰਦੇ ਹਾਂ ਵੀ ਸਾਡੀ ਟਿਕਟ ਜਿਹੜੀ ਪੱਕੀ ਹੈ, ਕਿਉਂਕਿ ਕੁਛ ਨਾ ਕੁਛ ਐਸਾ ਦਿਸਣਾ ਚਾਹੀਦਾ। ਫਿਰ ਜੇ ਅਸੀਂ ਕਹਿੰਦੇ ਵੀ ਟਿਕਟ ਜਿਹੜੀ ਉਹ ਪੱਕੀ ਆ, ਅਤੇ ਫਿਰ ਕਿਹੜੀ ਐਸੀ ਖੂਬੀ ਆ ਸਾਡੇ ਵਿੱਚ? ਅਤੇ ਅੱਜ ਅਸੀਂ ਦੇਖਾਂਗੇ ਮੱਤੀ ਦੀ ਅੰਜੀਲ ਤੋਂ ਉਹਦੇ 5 ਅਧਿਆਏ ਦੀ 3 ਆਇਤ ਤੋਂ ਅਸੀਂ ਲਗਾਤਾਰ ਪੜ੍ਹਾਂਗੇ। ਪਹਿਲਾਂ ਸਾਰੀਆਂ ਆਇਤਾਂ ਲਗਭਗ ਅਸੀਂ ਕੋਈ 10-15 ਆਇਤਾਂ ਪੜ੍ਹਾਂਗੇ। ਉਸ ਤੋਂ ਬਾਅਦ ਫਿਰ ਅਸੀਂ ਇਹਦੇ 3 ਆਇਤ ਦੇ ਉੱਤੇ ਅਸੀਂ ਫਿਰ ਗੌਰ ਕਰਾਂਗੇ। ਸੋ ਜੀ ਤਾਂ ਮਿਲ ਗਿਆ, ਪੜ੍ਹ ਦਿਓ ਫਿਰ ਪੰਜਾਬੀ ਦੇ ਵਿੱਚ। ਹਾਂਜੀ, 3 ਤੋਂ 5 ਦੀ 3 ਤੋਂ। ਹਾਂਜੀ, 3 ਆਇਤ ਤੋਂ। ਹਾਲੇਲੂਇਆ। ਅਸੀਂ ਹੁਣੇ ਸੁਣਿਆ ਵੀ ਸਾਰੇ ਕਹਿੰਦੇ ਵੀ ਮੇਰੀ ਟਿਕਟ ਕੀ ਹੈ ਭਲਾ? ਪੱਕੀ ਆ। ਅਤੇ ਵਚਨ ਜਿਹਨਾਂ ਦੀ ਟਿਕਟ ਪੱਕੀ ਆ ਉਹਨਾਂ ਦੀ ਨਿਸ਼ਾਨੀ ਦੱਸਦਾ ਆ। ਕੀ ਆ ਨਿਸ਼ਾਨੀ ਉਹਨਾਂ ਦੀ? ਲਿਖਿਆ ਧੰਨ ਉਹ ਜਿਹੜੇ ਮੰਨਦੇ ਕੀ ਆ? ਜਿਹੜੇ ਮੰਨਦੇ ਕੀ ਆ? ਗਰੀਬ ਆ, ਕਿਉਂਕਿ ਸਵਰਗ ਦਾ ਰਾਜ ਉਹਨਾਂ ਦਾ। ਹਿੰਦੀ ਵਿੱਚ ਲਿਖਿਆ ਧन्य है वह जो मन के दीन है, क्योंकि स्वर्ग का राज्य उन्हीं का है। ਸੋ ਵਿਚਾਰ ਕਰਨਾ ਆ ਕਿ ਅਗਰ ਜਿਹੜਾ ਕਹਿੰਦਾ ਕਿ ਮੇਰੀ ਟਿਕਟ ਪੱਕੀ ਆ, ਸਭ ਤੋਂ ਪਹਿਲਾਂ ਉਹ ਆਪਣੇ ਜੀਵਨ ਦੇ ਉੱਤੇ ਵਿਚਾਰ ਕਰੇ ਕਿ ਉਹ ਮਨ ਦਾ ਦੀਨ ਹੈਗਾ। ਅਗਰ ਤੇ ਉਹ ਮਨ ਦਾ ਦੀਨ ਆ ਤੇ ਵਚਨ ਦੱਸਦਾ ਆ ਸਵਰਗ ਦਾ ਰਾਜ ਇਹੋ ਜਿਹੇ ਦੀਨ ਲੋਕਾਂ ਵਾਸਤੇ ਆ। ਤੇ ਹੁਣ ਕੀ ਇਕੱਲਾ ਸਿਰਫ ਮਨ ਦਾ ਦੀਨ ਹੋਣ ਦੇ ਨਾਲ ਹੀ ਸਵਰਗ ਦਾ ਰਾਜ ਮਿਲ ਜਾਊਗਾ, ਜਾਂ ਕਿ ਉਹਦੇ ਨਾਲ ਕੁਛ ਹੋਰ ਵੀ ਕੰਡੀਸ਼ਨ ਅੱਗੇ ਹੋਰ ਦੇਖਦੇ ਆ, ਪੜਾਂਗੇ 4 ਆਇਤ ਨੂੰ। ਹਾਂਜੀ ਹਾਂਜੀ, ਧੰਨ ਉਹ ਜਿਹੜੇ ਸੋਗ ਕਰਦੇ ਹਨ, ਕੀ ਕੀਤੇ ਜਾਣਗੇ? ਸ਼ਾਂਤ ਕੀਤੇ ਜਾਣਗੇ। ਸੋ ਸੋਗ ਦਾ ਮਤਲਬ ਇਹ ਨਹੀਂ ਜਿੱਦਾਂ ਕਿਸੇ ਦੀ ਮਰਗ ਦੇ ਉੱਤੇ ਅਸੀਂ ਜਾ ਕੇ ਸੋਗ ਕਰਦੇ ਹਾਂ। ਇੱਥੇ ਸੋਗ ਦਾ ਜਿਹੜਾ ਮਤਲਬ ਆ ਉਹ ਕੁਛ ਹੋਰ ਆ। ਸੋਗ ਜਿਹੜਾ ਆ ਇੱਥੇ ਖਾਸ ਜਿਹੜਾ ਸ਼ਬਦ ਜਿਹੜੇ ਵੱਲ ਇਸ਼ਾਰਾ ਕਰਦਾ ਉਹ ਇਹ ਹੈ ਵੀ ਜਿੱਦਾਂ ਸਾਨੂੰ ਦੁਨੀਆ ਦੇ ਲਈ, ਕਿਉਂਕਿ ਅਸੀਂ ਸੱਚਾਈ ਨੂੰ ਜਾਣਿਆ ਅਤੇ ਸਾਨੂੰ ਦੁਨੀਆ ਦੇ ਲਈ ਇੱਕ ਤਰਸ ਆ, ਉਹਨਾਂ ਦੇ ਲਈ, ਸਾਡੇ ਮਨ ਦੇ ਵਿੱਚ ਉਹਨਾਂ ਦੇ ਲਈ ਇੱਕ ਤਰਸ ਆ, ਕਿਉਂਕਿ ਉਹਨਾਂ ਦੀਆਂ ਅੱਖਾਂ 'ਤੇ ਬੰਦ ਆ। ਲੇਕਿਨ ਪਰਮੇਸ਼ਵਰ ਨੇ ਆਪਣੇ ਰਹਿਮ ਦੇ ਨਾਲ ਸਾਡੀਆਂ ਅੱਖਾਂ ਨੂੰ ਖੋਲ੍ਹਿਆ ਆ, ਅਤੇ ਅਸੀਂ ਵੀ ਉੱਥੇ ਸੀ ਜਿੱਥੇ ਉਹ ਆ, ਅਤੇ ਅਸੀਂ ਉਸ ਤਜਰਬੇ ਦੇ ਵਿੱਚੋਂ ਨਿਕਲੇ ਹੋਏ ਲੋਕ ਆ, ਅਤੇ ਅਸੀਂ ਜਾਣਦੇ ਹਾਂ ਵੀ ਉਹਦਾ ਜਿਹੜਾ ਰਿਜ਼ਲਟ ਆ ਉਹ ਕਿੰਨਾ ਖਤਰਨਾਕ ਹੈ। ਅਤੇ ਸਾਨੂੰ ਉਹਨਾਂ ਲਈ ਕੀ ਹੈ ਭਲਾ? ਸੋਗ ਆ। ਔਰ ਅਸੀਂ ਕੀ ਚਾਹੁੰਦੇ ਹਾਂ? ਸਾਡੇ ਮਨ ਦੀ ਚਾਹਤ ਕੀ ਹੈ ਵੀ ਉਹ ਵੀ ਲੋਕ ਬਚਾਏ ਜਾਣ। ਅਤੇ ਜੇ ਅਸੀਂ ਕਹਿੰਦੇ ਵੀ ਟਿਕਟ ਸਾਡੀ ਪੱਕੀ ਆ, ਅਤੇ ਇਹਨੂੰ ਦੁਬਾਰਾ ਫਿਰ ਪੜ੍ਹੋ। ਕੀ ਅਸੀਂ ਇਹੋ ਜਿਹਾ ਸੋਗ ਆਪਣੇ ਮਨ ਦੇ ਵਿੱਚ ਰੱਖਦੇ ਉਹਨਾਂ ਲੋਕਾਂ ਵਾਸਤੇ, ਜਾਂ ਕਿ ਸਿਰਫ ਆਪਣੇ ਤੱਕ ਹੀ ਸੀਮਿਤ ਰਹਿ ਗਏ? ਜੇ ਤੇ ਅਸੀਂ ਆਪਣੇ ਤੱਕ ਹੀ ਸੀਮਿਤ ਰਹਿ ਗਏ ਹਾਂ ਤੇ ਫਿਰ ਸਮਝ ਲਓ ਵੀ ਟਿਕਟ ਜਿਹੜੀ ਆ ਉਹ ਵਾਪਸ ਵੀ ਲਈ ਜਾ ਸਕਦੀ। ਜੇ ਗਲਤੀ ਨਾਲ ਮਿਲ ਗਈ ਹੈ ਤਾਂ ਕੀ ਹੋ ਸਕਦਾ? ਵਾਪਸ ਵੀ ਲਈ ਜਾ ਸਕਦੀ ਹੈ, ਕਿਉਂਕਿ ਵਚਨ ਤੇ ਇਹ ਕਹਿੰਦਾ ਆ ਵੀ ਜਿਹਦੇ ਉੱਤੇ ਚਾਨਣ ਪ੍ਰਗਟ ਹੋ ਗਿਆ ਉਹਨੂੰ ਚਾਹੀਦਾ ਆ ਇਹ ਚਾਨਣ ਦੇ ਵਿੱਚ ਉਹ ਦੂਸਰਿਆਂ ਨੂੰ ਵੀ ਲੈ ਕੇ ਆਵੇ। ਅਤੇ ਜੇ ਉਹ ਇਹੋ ਜਿਹਾ ਯਤਨ ਨਹੀਂ ਕਰਦਾ ਅਤੇ ਸਿਰਫ ਇਹ ਸੋਚ ਕੇ ਕਿ ਮੈਂ ਚਾਨਣ ਵਿੱਚ ਆ ਗਿਆ ਇੰਨਾ ਹੀ ਕਾਫੀ ਆ, ਅਤੇ ਉਹਦੇ ਕੋਲੋਂ ਵੀ ਹਿਸਾਬ ਜਿਹੜਾ ਉਹ ਲਿਆ ਜਾਊਗਾ। ਮਸੀਹੀ ਬੰਦੇ ਨੇ, ਚਲੋ ਅਸੀਂ ਜ਼ਿਆਦਾ ਤਾਂ ਨਹੀਂ, ਇੱਕ ਜਿਹੜਾ ਵਿਸ਼ਵਾਸੀ ਆ, ਅਗਰ
ਪੂਰੇ ਜੀਵਨ ਦੇ ਵਿੱਚ ਅਗਰ ਉਹ ਇੱਕ ਵੀ ਇਮਾਨਦਾਰ ਨੂੰ ਮਸੀਹ ਦੇ ਵਿੱਚ ਲੈ ਕੇ ਨਹੀਂ ਆਉਂਦਾ ਤੇ ਫਿਰ ਉਹਦਾ ਮਸੀਹ ਦੇ ਵਿੱਚ ਆਉਣਾ ਮੰਨਿਆ ਜਾਊਗਾ ਨਹੀਂ ਹੈ, ਔਰ ਉਹਦੇ ਲਈ ਬਹੁਤ ਵੱਡੀ ਸਜ਼ਾ ਹੋਵੇਗੀ। ਕਿਉਂਕਿ ਬਚਨ 'ਚ ਲਿਖਿਆ ਆ, ਇੱਕ ਨੂੰ 1 ਤੋੜਾ, ਇੱਕ ਨੂੰ 2 ਤੋੜੇ ਤੇ ਇੱਕ ਨੂੰ 5 ਤੋੜੇ ਦਿੱਤੇ ਗਏ, ਹੈ ਨਾ। ਤੇ ਜਦੋਂ ਬਚਨ ਕਹਿੰਦਾ ਆ ਤੇ ਫਿਰ ਤੋੜਿਆਂ ਦਾ ਹਿਸਾਬ ਵੀ ਲਿਆ ਜਾਣਾ ਆ, ਤੇ ਜਦੋਂ ਹਿਸਾਬ ਲਿਆ ਜਾਣਾ ਹੈ ਤੇ ਫਿਰ ਪਤਾ ਲੱਗਣਾ ਵੀ ਸਵਰਗ ਦੇ ਰਾਜ 'ਚ ਕਿਹਨੇ ਜਾਣਾ ਹੈ ਤੇ ਕਿਹਨੇ ਨਹੀਂ ਜਾਣਾ। ਇਸ ਲਈ ਸਾਨੂੰ ਦੁਨੀਆ ਦੇ ਲਈ ਇਹ ਸੋਗ ਸਾਡੇ ਮਨ ਦੇ ਵਿੱਚ ਹੋਣਾ ਚਾਹੀਦਾ ਹੈ, ਤੇ ਮਨ ਦੇ ਵਿੱਚ ਸੋਗ ਉਦੋਂ ਆਊਗਾ ਜਦੋਂ ਪਵਿੱਤਰ ਆਤਮਾ ਦਾ ਕੰਮ ਸਾਡੇ ਅੰਦਰ ਹੋਇਆ ਹੋਊਗਾ। ਜੇ ਤੇ ਪਵਿੱਤਰ ਆਤਮਾ ਦੀ ਅੱਗ ਲੱਗੀ ਹੋਈ ਹੈ ਤੇ ਫਿਰ ਚੈਨ ਦੇ ਨਾਲ ਬੈਠ ਸਕਦਾ, ਤੇ ਜੇ ਪਵਿੱਤਰ ਆਤਮਾ ਦੀ ਅੱਗ ਨਹੀਂ ਲੱਗੀ ਹੋਈ ਤੇ ਫਿਰ ਇਹ ਬੈਠਾ ਰਹੂਗਾ, ਫਿਰ ਇਹਨੂੰ ਕਿਸੇ ਦੇ ਨਾਲ ਕੋਈ ਟੈਨਸ਼ਨ ਲੈਣ ਦੀ ਜ਼ਰੂਰਤ ਨਹੀਂ ਹੈ। ਫਿਰ ਤੇ ਸਵੇਰੇ ਉੱਠੇ ਤੇ ਕੰਮ ਤੇ ਗਏ ਤੇ ਸ਼ਾਮ ਨੂੰ ਕੰਮ ਤੋਂ ਵਾਪਸ ਆ ਗਏ, ਫਿਰ ਤੇ ਇਹਦਾ ਇੰਨਾ ਹੀ ਸਿਸਟਮ ਹੋਊਗਾ। ਪਰ ਅਗਰ ਇਹ ਵਾਕਿਆ ਹੀ ਮਨ ਦੇ ਵਿੱਚ ਸੋਗ ਰੱਖਦਾ ਆ ਤੇ ਫਿਰ ਇਹਦਾ ਯਤਨ ਹੋਊਗਾ, ਬੇਸ਼ੱਕ ਇਹ ਕੰਮ ਤੇ ਹੋਵੇ, ਤੇ ਕੀ ਕੋਸ਼ਿਸ਼ ਕਰੂਗਾ ਭਲਾ ਜਿਹੜੇ ਮੇਰੇ ਨਾਲ ਕੰਮ ਕਰ ਰਹੇ ਆ, ਮੈਂ ਕਿਸੇ ਨਾ ਕਿਸੇ ਨੂੰ ਪ੍ਰਭੂ ਯਿਸੂ ਮਸੀਹ ਦੇ ਬਾਰੇ ਦੱਸਾਂ ਤੇ ਉਹਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਪ੍ਰਭੂ ਯਿਸੂ ਮਸੀਹ ਦੇ ਕੋਲ ਲੈ ਕੇ ਆਵਾਂ। ਚਰਵਾਹੇ ਦਾ ਜਿਹੜਾ ਕੰਮ ਆ ਉਹ ਭੇਡਾਂ ਦੀ ਰਾਖੀ ਕਰਨਾ ਹੁੰਦਾ। ਚਰਵਾਹਾ ਕੀ ਕਰਦਾ? ਚਰਵਾਹਾ ਭੇਡ ਨੂੰ ਜਨਮ ਨਹੀਂ ਦਿੰਦਾ। ਚਰਵਾਹੇ ਦਾ ਕੰਮ ਕੀ ਹੈ ਭਲਾ? ਚਰਵਾਹਾ ਭੇਡ ਦੀ ਰਾਖੀ ਕਰਦਾ ਹੈ ਤੇ ਭੇਡਾਂ ਨੂੰ ਜਨਮ ਦਿੰਦੀਆਂ। ਭੇਡ ਦਾ ਕੰਮ ਹੈ ਭੇਡਾਂ ਨੂੰ। ਲਿਖਿਆ ਉਸ ਦਰਖਤ ਦੇ ਪੱਤੇ ਜਿਹੜੇ ਕੌਮਾਂ ਦੇ ਇਲਾਜ ਦੇ ਲਈ ਹੋਣਗੇ, ਇਹ ਪਾਣੀ ਜਿੱਧਰ ਜਾਊਗਾ ਉਧਰ ਜੀਵਨ ਬਖਸ਼ੂਗਾ, ਹੈ ਨਾ। ਸੋ ਜਦੋਂ ਵਚਨ ਸਾਨੂੰ ਇੰਨਾ ਕੁਝ ਸਮਝਾ ਰਿਹਾ ਆ ਤੇ ਫਿਰ ਅਸੀਂ ਇਸ ਚੀਜ਼ ਦੇ ਵੱਲ ਧਿਆਨ ਦੇਣਾ ਆ ਕਿ ਸਵਰਗ ਦਾ ਰਾਜ ਕਿਹਨਾਂ ਲੋਕਾਂ ਦਾ ਆ। ਜੇ ਤੇ ਪੱਤੇ ਕੌਮਾਂ ਦੇ ਇਲਾਜ ਦੇ ਲਈ ਆ ਤੇ ਫਿਰ ਪੱਤੇ ਆਸ਼ੀਸ਼ ਵਾਲੇ ਆ ਤੇ ਬਰਕਤ ਵਾਲੇ ਆ, ਤੇ ਜੇ ਇਹਨਾਂ ਪੱਤਿਆਂ ਨੇ ਕੌਮਾਂ ਦਾ ਇਲਾਜ ਨਹੀਂ ਕੀਤਾ ਤੇ ਫਿਰ ਇਹ ਪੱਤੇ ਨਹੀਂ ਆ, ਇਹ ਤੇ ਪੱਤੇ ਫਿਰ ਅੱਗ ਦੇ ਵਿੱਚ ਝੋਂਕੇ ਜਾਣ ਵਾਲੇ ਪੱਤੇ ਆ। ਤੇ ਇਹਨਾਂ ਨੂੰ ਫਿਰ ਇਸ ਚੀਜ਼ ਦਾ ਗਰਵ ਕਰਨ ਦੀ ਜ਼ਰੂਰਤ ਨਹੀਂ ਆ ਕਿ ਅਸੀਂ ਸਵਰਗ ਦੇ ਰਾਜ ਦੇ ਵਿੱਚ ਜਾਵਾਂਗੇ। ਜਿੰਨਾ ਵਚਨ ਅਸੀਂ ਸਿੱਖ ਚੁੱਕੇ ਹਾਂ, ਸੁਣ ਚੁੱਕੇ ਹਾਂ, ਸਮਝ ਚੁੱਕੇ ਹਾਂ, ਇੱਕ ਗੱਲ ਤੇ ਪੱਕੀ ਆ, ਇਹ ਜਿਸ ਧਰਤੀ ਉੱਤੇ ਹੀ ਰਹਿੰਦੇ ਆ, ਇਹਦੇ ਨਾਸ਼ ਦੇ ਦਿਨ, ਇਹਦੀ ਬਰਬਾਦੀ ਦੇ ਦਿਨ ਬਿਲਕੁਲ ਨਜ਼ਦੀਕ ਆ ਚੁੱਕੇ ਆ। ਵਚਨ ਅਨੁਸਾਰ ਹੁਣ ਸਮਾਂ ਦੂਰ ਨਹੀਂ ਆ ਕਿ ਜਦੋਂ ਇਨਸਾਨ ਆਪਣੇ ਪੈਦਾ ਹੋਣ ਦੇ ਉੱਤੇ ਵੀ ਅਫਸੋਸ ਕਰੂਗਾ। ਵਚਨ ਦੇ ਅਨੁਸਾਰ ਕੋਈ ਹੁਣ ਇੱਦਾਂ ਦਾ ਬਾਕੀ ਰਹਿ ਨਹੀਂ ਗਿਆ, ਕਿਉਂਕਿ ਚਿੰਨ੍ਹ ਚਮਤਕਾਰ ਜੋ ਵੀ ਕੁਛ ਅਸੀਂ ਦੇਖਦੇ ਹਾਂ ਜਹਾਨ ਦੇ ਵਿੱਚ, ਲੋਕੀ ਉਹਨਾਂ ਮਗਰ ਲੱਗੇ ਹੋਏ ਆ, ਲੇਕਿਨ ਵਚਨ ਦਾ ਗਿਆਨ ਨਾ ਹੋਣ ਦਾ ਕਰਕੇ ਉਹਨਾਂ ਨੂੰ ਪਤਾ ਹੀ ਨਹੀਂ ਹੈ ਕਿ ਅਸੀਂ ਕਿਸ ਦੌਰ ਦੇ ਵਿੱਚੋਂ ਦੀ ਗੁਜ਼ਰ ਰਹੇ ਹਾਂ। ਔਰ ਸਾਰੀਆਂ ਤਿਆਰੀਆਂ ਵੀ ਸਾਡੀਆਂ ਨਜ਼ਰਾਂ ਦੇ ਸਾਹਮਣੇ ਲਿਖਤ ਦੇ ਅਨੁਸਾਰ ਹੀ ਚੱਲ ਰਹੀਆਂ, ਲੇਕਿਨ ਬਾਵਜੂਦ ਇਹਦੇ ਫਿਰ ਵੀ ਸਾਡਾ ਮਨ ਕਿੱਥੇ ਲੱਗਾ ਹੋਇਆ? ਇੱਥੇ ਹੀ ਲੱਗਾ ਹੋਇਆ, ਤੇ ਅਸੀਂ ਅੱਗੇ ਦੀ ਕੋਈ ਤਿਆਰੀ ਕਰ ਨਹੀਂ ਰਹੇ ਹਾਂ, ਜਦ ਕਿ ਇੱਥੇ ਦੇ ਲਈ ਪਰਮੇਸ਼ਰ ਸਾਡੀ ਚਿੰਤਾ ਕਰੂਗਾ। ਸਾਡੀ ਚਿੰਤਾ ਜਿਹੜੀ ਆ ਉਹ ਉੱਥੇ ਵਾਸਤੇ ਹੋਣੀ ਚਾਹੀਦੀ। ਕਿਤੇ ਮੈਂ ਪਰਮੇਸ਼ਵਰ ਨੇ ਜਿਸ ਕੰਮ ਦੇ ਲਈ ਮੈਨੂੰ ਬੁਲਾਇਆ ਉਸ ਦੌੜ ਤੋਂ ਮੈਂ ਕਿਤੇ ਵਾਂਝਾ ਨਾ ਰਹਿ ਜਾਵਾਂ। ਸੋ ਲਿਖਿਆ ਵੀ ਜਦੋਂ ਇਹ ਧਰਤੀ ਹੀ ਵਿਨਾਸ਼ ਦੇ ਅਧੀਨ ਕੀਤੀ ਗਈ ਹੈ ਤੇ ਫਿਰ ਧਰਤੀ ਉੱਤੇ ਬਣੀ ਹੋਈ ਕੋਈ ਚੀਜ਼ ਵੀ ਬਚ ਸਕਦੀ ਨਹੀਂ ਆ। ਸੋ ਅਸੀਂ ਇਸ ਚੀਜ਼ ਦੇ ਵੱਲ ਧਿਆਨ ਰੱਖਣਾ ਹੈ ਕਿ ਪਰਮੇਸ਼ਵਰ ਸਾਡਾ ਸਰਵ ਸ਼ਕਤੀਮਾਨ ਪਰਮੇਸ਼ਵਰ ਹੈ। ਸਮੇਂ ਦੇ ਉੱਤੇ ਸਾਨੂੰ ਸਾਡੀ ਜ਼ਰੂਰਤ ਦੀ ਚੀਜ਼ ਦੇਣ ਦੀ ਕੁਦਰਤ ਤੇ ਜੁਰਤ ਰੱਖਦਾ ਹੈ। ਹਾਲੇਲੂਇਆ। ਇਸ ਲਈ ਸਾਨੂੰ ਕਿਸੇ ਵੀ ਤਰ੍ਹਾਂ ਦੀ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ। ਕਹਿੰਦਾ ਇਹਨਾਂ ਚੀਜ਼ਾਂ ਦੀ ਚਿੰਤਾ ਦੁਨੀਆ ਕਰੇ, ਤੁਹਾਨੂੰ ਕੋਈ ਜ਼ਰੂਰਤ ਨਹੀਂ ਹੈ। ਲੜਾਈਆਂ ਦੇ ਫੌਹਾਂ ਤੁਸੀਂ ਸੁਣੋਗੇ, ਇਹਨਾਂ ਚੀਜ਼ਾਂ ਤੋਂ ਲੋਕੀ ਡਰਨ, ਤੁਹਾਨੂੰ ਲੜਨ ਦੀ ਜ਼ਰੂਰਤ। ਦੁਨੀਆ ਉੱਤੇ ਵਬਾ, ਬਿਮਾਰੀਆਂ, ਮੁਸੀਬਤਾਂ ਆਉਣਗੀਆਂ, ਲੋਕੀ ਇਹਨਾਂ ਚੀਜ਼ਾਂ ਤੋਂ ਡਰਨ, ਤੁਹਾਨੂੰ ਡਰਨ ਦੀ ਜ਼ਰੂਰਤ ਨਹੀਂ ਹੈ। ਆਪਣੇ ਲਿੰਕ ਦੇ ਵਿੱਚ ਜਿੰਨੇ ਵੀ ਲੋਕੀ ਸੀਗੇ, ਕੋਈ ਆਪਣੇ ਲਿੰਕ ਦੇ ਵਿੱਚ ਪਤਾ ਲੱਗਾ ਵੀ ਕੋਈ ਮਰਿਆ ਕਰੋਨਾ ਵਾਇਰਸ ਦੇ ਨਾਲ? ਹਾਂਜੀ, ਇਹ ਆਪਣੇ ਲਿੰਕ ਦੇ ਲੋਕਾਂ 'ਚੋਂ ਕਰੋਨਾ ਵਾਇਰਸ ਦੇ ਨਾਲ ਕੋਈ ਕਿਉਂ ਨਹੀਂ ਮਰਿਆ? ਕਿਉਂਕਿ ਆਪਾਂ ਤਾਂ ਕਰੋਨਾ ਵਾਇਰਸ ਦੇ ਉਸ ਸ਼ਹਿਰ ਦੇ ਵਿੱਚ ਸੀਗੇ ਜਿਸ ਸ਼ਹਿਰ ਦੇ ਲਈ ਪੂਰੀ ਦੁਨੀਆ ਵਿੱਚ ਹਾਹਾਕਾਰ ਮਚੀ ਹੋਈ ਸੀ। ਸਾਡੇ ਆਲੇ ਦੁਆਲੇ ਲੋਕ ਇਸ ਕਰੋਨਾ ਵਾਇਰਸ ਦੀ ਵਜ੍ਹਾ ਕਰਕੇ ਡਿੱਗ ਰਹੇ ਸੀ, ਮਰ ਰਹੇ ਸੀ, ਹੈ ਨਾ। ਲੇਕਿਨ ਬਾਵਜੂਦ ਇਹਦੇ ਪਰਮੇਸ਼ਵਰ ਨੇ ਆਪਣੇ ਵੱਡੇ ਰਹਿਮ ਦੇ ਨਾਲ ਸਾਨੂੰ ਬਚਾ ਕੇ ਰੱਖਿਆ। ਸਾਡੇ ਆਪਣੇ ਇਲਾਕੇ ਦੇ ਵਿੱਚ ਮੌਤਾਂ ਹੋਈਆਂ ਕਰੋਨਾ ਵਾਇਰਸ ਦੇ ਨਾਲ, ਲੇਕਿਨ ਖੁਦਾ ਨੇ ਸਾਨੂੰ ਬਚਾ ਕੇ ਰੱਖਿਆ। ਉਹਨੇ ਆਪਣੇ ਉਸ ਕੌਲ ਨੂੰ, ਉਸ ਵਾਅਦੇ ਨੂੰ ਪੂਰਾ ਕੀਤਾ ਹੈ। ਇੰਨਾ ਕੁਛ ਜਦੋਂ ਅਸੀਂ ਹੁੰਦਿਆਂ ਦੇਖਦੇ ਹਾਂ ਤੇ ਫਿਰ ਸਾਨੂੰ ਇਹ ਵਿਚਾਰ ਕਰਨ ਦੀ ਜ਼ਰੂਰਤ ਹੈ, ਪਰਮੇਸ਼ਵਰ ਮੇਰੇ 'ਤੇ ਹੀ ਦਇਆਵਾਨ ਕਿਉਂ? ਤੇ ਜੇ ਅਸੀਂ ਕਹੀਏ ਵੀ ਸਾਡੀਆਂ ਕਿਸੇ ਖੂਬੀਆਂ ਦਾ ਕਰਕੇ ਆ, ਨਹੀਂ। ਵਚਨ 'ਚ ਲਿਖਿਆ ਜਦੋਂ ਅਸੀਂ ਪਾਪੀ ਸੀ ਉਦੋਂ ਪਰਮੇਸ਼ਵਰ ਸਾਡੇ ਲਈ ਪ੍ਰਭੂ ਯਿਸੂ ਮਸੀਹ ਦਾ ਇੰਤਜ਼ਾਮ ਕੀਤਾ। ਪ੍ਰਭੂ ਯਿਸੂ ਮਸੀਹ ਉਦੋਂ ਸਾਡੇ ਲਈ ਮਰਿਆ। ਪਾਪੀ ਰੂਪ ਦੇ ਹਾਲਤ ਵਿੱਚ ਸੀਗੇ ਜਦੋਂ ਸਾਡੇ ਲਈ ਉਹ ਮਰਿਆ। ਧਰਮੀ ਨਹੀਂ ਸੀਗੇ ਅਸੀਂ, ਤੇ ਧਰਮੀ ਅਸੀਂ ਹੁਣ ਵੀ ਨਹੀਂ ਆ, ਬਲਕਿ ਧਰਮੀ ਬਣਨ ਦੇ ਲਈ ਉਹਨੇ ਬੁਲਾਇਆ ਆ। ਤੇ ਜਿਹੜਾ ਧਰਮੀ ਬਣਨ ਦੇ ਲਈ ਦੌੜ ਦੇ ਵਿੱਚ ਖੜਾ ਆ, ਉਹਦੇ ਉੱਤੇ ਉਹ ਧਾਰਮਿਕਤਾ ਦੀ ਮੋਹਰ ਫਿਰ ਲਾਉਂਦਾ ਆ। ਸੋ ਜੇ ਤਾਂ ਸਾਡੇ ਮਨ ਦੇ ਅੰਦਰ ਮਸੀਹ ਵਿੱਚ ਆ ਕੇ ਸਵਰਗੀ ਰਾਜ ਦੀ ਪਹਿਚਾਣ ਹੋ ਕੇ ਅਗਰ ਅਸੀਂ ਲੋਕਾਂ ਨੂੰ ਉਸ ਰਾਜ ਦੇ ਲਈ ਤਿਆਰ ਨਹੀਂ ਕਰਦੇ ਤੇ ਅਸੀਂ ਫਿਰ ਖੁਸ਼ ਨਸੀਬ ਨਹੀਂ, ਬਲਕਿ ਕੀ ਆ? ਬਦ ਨਸੀਬ ਲੋਕ ਆ, ਕਿਉਂਕਿ ਅਸੀਂ ਆਪਣੀ ਜ਼ਿੰਮੇਵਾਰੀ ਨੂੰ ਨਿਭਾ ਨਹੀਂ ਰਹੇ। ਤੇ ਜ਼ਿੰਮੇਵਾਰੀ ਨੂੰ ਨਿਭਾਉਣਾ ਕੀ ਹੈ ਭਲਾ?
ਬਹੁਤ ਜ਼ਿਆਦਾ ਜ਼ਰੂਰੀ ਹੈ। ਤੇ ਮੈਂ ਖੁਸ਼ ਹੋਇਆ ਸੀਗਾ, ਸਾਡੇ ਉੱਥੇ ਸਿਸਟਰ ਚਰਚ 'ਚ ਆਇਆ 2-4 ਵਾਰੀ, ਰਜਨੀ ਹੋਣੀ, ਤੇ ਉਹ ਸ਼ਾਇਦ ਇਹਨਾਂ ਨੂੰ ਮਿਲੇ ਸੀਗੇ, ਤੇ ਉਹਨਾਂ ਨੇ ਦੇਖਿਆ ਕਿ ਇਹਨਾਂ ਦਾ ਚਰਚ ਬੰਦ ਆ, ਤੇ ਉਹਨਾਂ ਨੇ ਇਹਨਾਂ ਨੂੰ ਇਨਵਾਈਟ ਕੀਤਾ, ਤੁਸੀਂ ਕਹਿੰਦੇ ਸਾਡੇ ਚਰਚ ਆਇਓ। ਇਹਦਾ ਮਤਲਬ ਉਸ ਭੈਣ ਦੇ ਮਨ ਦੇ ਵਿੱਚ ਜਜ਼ਬਾ ਆ ਵੀ ਉਹ ਅਸਲ ਵਿੱਚ ਤਾਂ ਉਹਨਾਂ ਦੀ ਮੈਂਬਰ ਹੀ ਆ, ਤੇ ਵਿੱਚ ਵਿੱਚ ਕਿਤੇ ਜਦੋਂ ਟਾਈਮ ਲੱਗਦਾ ਸਾਡੇ ਕੋਲ ਵੀ ਆ ਜਾਂਦੇ ਆ, ਤੇ ਉਹਨਾਂ ਦੇ ਮਨ ਦੇ ਵਿੱਚ ਇਹ ਜਜ਼ਬਾ ਉੱਠਿਆ, ਤੇ ਉਹਨਾਂ ਨੇ ਇਹਨਾਂ ਨੂੰ ਕਿਹਾ ਵੀ ਤੁਸੀਂ ਸਾਡੇ ਆਇਓ। ਤੁਹਾਡੇ ਮਨ 'ਚ ਵੀ ਕਦੀ ਜਜ਼ਬਾ ਉੱਠਿਆ ਵੀ ਕਿਸੇ ਨੂੰ ਲੈ ਕੇ ਆਈਏ? ਹਾਂਜੀ, ਆਉਂਦਾ ਨਹੀਂ ਹੈ ਨਾ। ਔਰ ਜਦੋਂ ਨਹੀਂ ਆਉਂਦਾ ਆ, ਇਹਦੇ ਵਿੱਚ ਫਿਰ ਅਸੀਂ ਇਸ ਚੀਜ਼ ਦੀ ਕੋਸ਼ਿਸ਼ 'ਚ ਰਹਿਣਾ ਆ ਵੀ ਅਸੀਂ ਕਿਸੇ ਦਾ ਬੰਦਾ ਨਹੀਂ ਤੋੜ ਕੇ ਲਿਆਉਣਾ, ਕਿਸੇ ਚਰਚ ਦਾ ਨਹੀਂ ਲੋਕੀ ਤੋੜ ਕੇ ਲਿਆਉਣੇ, ਕਿਉਂਕਿ ਦੂਸਰੇ ਦੇ ਜਨਮੇ ਬੱਚੇ ਦੇ ਉੱਤੇ ਤੁਹਾਡਾ ਕੋਈ ਉਹ ਨਹੀਂ ਹੁੰਦਾ ਹੈ ਨਾ। ਮਜ਼ਾ ਤੇ ਆਪਣੇ ਪੈਦਾ ਕੀਤੇ ਹੋਏ ਦਾ ਹੀ ਹੈ, ਤੇ ਉਹਦੇ ਉੱਤੇ ਤੁਹਾਡਾ ਫਿਰ ਅਧਿਕਾਰ ਵੀ ਹੁੰਦਾ ਹੈ, ਤੇ ਉਹਨੂੰ ਤੁਸੀਂ ਰੋਬ ਦੇ ਨਾਲ ਕਹਿ ਵੀ ਸਕਦੇ। ਦੂਸਰੇ ਦੇ ਬੱਚੇ ਨੂੰ ਤੁਸੀਂ ਜ਼ਿਆਦਾ ਡਾਂਟ ਵੀ ਸਕਦੇ ਨਹੀਂ, ਕਿਉਂਕਿ ਉਹ ਕਿਸੇ ਦਾ ਹੈ। ਸੋ ਉਸੇ ਤਰ੍ਹਾਂ ਜਦੋਂ ਅਸੀਂ ਦੇਖਦੇ ਹਾਂ ਕਿ ਸਾਡੀ ਇਹ ਜ਼ਿੰਮੇਵਾਰੀ ਹੈ ਕਿ ਸਾਨੂੰ ਦੁਨੀਆ ਦੇ ਲਈ ਕੀ ਹੋਣਾ ਚਾਹੀਦਾ, ਸੋਗ ਹੋਣਾ ਚਾਹੀਦਾ। ਸਾਡੇ ਮਨ ਦੇ ਵਿੱਚ ਦੁਨੀਆ ਦੇ ਲਈ ਤਰਸ ਹੋਣਾ ਚਾਹੀਦਾ ਹੈ ਕਿ ਲੋਕ ਕਿਤੇ ਨਾਸ਼ ਨਾ ਹੋ ਜਾਣ। ਸਿਰਫ ਅਸੀਂ ਆਪ ਨਹੀਂ ਬਚਣਾ, ਬਲਕਿ ਕੀ ਹੈ ਬਚਨ ਦੱਸਦਾ, ਦੂਸਰਿਆਂ ਨੂੰ ਬਚਾਉਣ ਦੀ ਜ਼ਿੰਮੇਵਾਰੀ ਹੈ। ਜਿਹੜੇ ਇਹ ਕੰਮ ਕਰਦੇ ਆ, ਸਵਰਗ ਦਾ ਰਾਜ ਉਹਨਾਂ ਦਾ ਹੈ। 5 ਆਇਤ ਪੜਾਂਗੇ। ਇਹ ਬਿਲਕੁਲ ਥੋੜਾ ਬੁਨਿਆਦੀ ਵੀ ਅੱਜ ਮੈਂ ਸ਼ੁਰੂ ਤਾਂ ਕੀਤਾ ਕਿਉਂਕਿ ਅਸੀਂ ਕਾਫੀ ਗਾਂਹ ਲੈ ਗਏ ਆ, ਪਰ ਮੈਂ ਸਮਝਦਾ ਕਿ ਉਹ ਗਾਂਹ ਲੈ ਆਉਣ ਦਾ ਸਾਨੂੰ ਕੋਈ ਫਾਇਦਾ ਨਹੀਂ ਹੋਇਆ। ਅਜੇ ਪਿਛਲਾ ਦੇ ਲੋਕਾਂ ਨੂੰ ਆਉਂਦਾ ਨਹੀਂ। ਹਾਂਜੀ, ਤੇ ਇਸ ਕਰਕੇ ਮੈਂ ਸੋਚਿਆ ਵੀ ਨਹੀਂ ਛੱਡੋ, ਹੁਣ ਜ਼ਿਆਦੀਆਂ ਭੇਤਾਂ ਦੱਸਣ ਦਾ, ਗਹਿਰੇ ਭੇਤਾਂ ਦੱਸਣ ਦਾ, ਤੇ ਆਪਾਂ ਸ਼ੁਰੂ ਤੋਂ ਹੀ ਬੁਨਿਆਦ ਹੀ ਦੇਖਦੇ ਹਾਂ ਵੀ ਪਹਿਲਾਂ ਜਿੱਥੋਂ ਸ਼ੁਰੂ ਹੁੰਦਾ ਹੈ ਉੱਥੇ ਅਸੀਂ ਠੀਕ ਹੈਗੇ ਆ ਕਿ ਨਹੀਂ ਹੈਗੇ, ਹੈ ਨਾ। ਸੋ ਪੜਾਂਗੇ 5 ਆਇਤ ਵੀ। ਧੰਨ ਉਹ ਜਿਹੜੇ ਕੀ ਹਨ, ਹਲੀਮ ਹਨ, ਉਹ ਧਰਤੀ ਦੇ ਵਾਰਸ ਹੋਣਗੇ। ਹਲੀਮ ਦਾ ਮਤਲਬ ਹੈਗਾ ਨਮਰ। ਜਿਹੜਾ ਨਮਰ ਆ ਉਹ ਕੀ ਹੋਊਗਾ, ਧਰਤੀ ਦਾ ਜਿਹੜੇ ਨੰਬਰ ਆ ਉਹ ਧਰਤੀ ਦੇ ਵਾਰਸ ਹੋਣਗੇ। ਅਸੀਂ 3 ਚੀਜ਼ਾਂ ਪੜ੍ਹ ਲਈਆਂ। ਨੰਬਰ 1 ਕੀ ਪੜ੍ਹਿਆ ਆ, ਧੰਨ ਉਹ ਜਿਹੜੇ ਮਨ ਦੇ ਦੀਨ ਆ। ਹਾਂਜੀ, ਦੂਸਰਾ ਪੜ੍ਹਿਆ ਧੰਨ ਉਹ ਜਿਹੜੇ ਸ਼ੋਕ ਕਰਦੇ ਆ। ਅੱਗੇ ਪੜ੍ਹਿਆ ਧੰਨ ਉਹ ਜਿਹੜੇ ਨੰਬਰ ਆ, ਕਿਉਂਕਿ ਵह ਪ੍ਰਿਥਵੀ ਕੇ ਅਧਿਕਾਰੀ ਹੋਣਗੇ, ਹੈ ਨਾ। ਪ੍ਰਿਥਵੀ ਦੇ ਅਧਿਕਾਰੀ ਕੌਣ ਹੋਣਗੇ, ਜਿਹੜੇ ਨੰਬਰ ਆ। ਜਿਹੜੇ ਹਲੀਮ ਆ ਉਹ ਪ੍ਰਿਥਵੀ ਦੇ ਅਧਿਕਾਰੀ ਹੋਣਗੇ। ਤੇ ਜੇ ਅਸੀਂ ਕਹਿੰਦੇ ਹਾਂ ਵੀ ਅਸੀਂ ਉਹ ਜਿਹੜਾ ਨਵਾਂ ਆਕਾਸ਼ ਤੇ ਨਵੀਂ ਪ੍ਰਿਥਵੀ ਬਣਨ ਵਾਲੀ ਹੈ, ਜੇ ਅਸੀਂ ਉਹਦੇ ਅਧਿਕਾਰੀ ਬਣਨੇ, ਕੀ ਸਾਡੇ ਵਿੱਚ ਨਮਰਤਾ ਹੈਗੀ ਹੈ? ਕੀ ਅਸੀਂ ਜਦੋਂ ਮੌਕਾ ਮਿਲਦਾ ਆ ਆਪਣੀ ਨਮਰਤਾ ਨੂੰ ਦਿਖਾਉਣ ਦੇ ਵਿੱਚ ਕਾਮਯਾਬ ਹੁੰਦੇ ਆ, ਜਾਂ ਕਿ ਉੱਥੇ ਅਸੀਂ ਢੀਠਮੰਦ ਹੋ ਜਾਂਦੇ ਹਾਂ? ਸੋ ਜੇ ਅਸੀਂ ਆਪਣੀ ਨਮਰਤਾ ਨੂੰ ਨਹੀਂ ਦਿਖਾਉਂਦੇ ਤੇ ਫਿਰ ਪਰਮੇਸ਼ਵਰ ਤੋਂ ਵੀ ਨਮਰਤਾ ਦੀ ਉਮੀਦ ਰੱਖੀ ਜਾ ਸਕਦੀ ਨਹੀਂ। ਤੇ ਜੇ ਅਸੀਂ ਚਾਹੁੰਦੇ ਹਾਂ ਪਰਮੇਸ਼ਵਰ ਸਾਡੇ ਨਾਲ ਨਮਰ ਹੋਵੇ, ਸਾਡੇ ਉੱਤੇ ਆਪਣੀ ਨਮਰਤਾ ਨੂੰ ਦਿਖਾਵੇ, ਤੇ ਫਿਰ ਸਾਡੇ ਲਈ ਵੀ ਜ਼ਰੂਰੀ ਆ ਅਸੀਂ ਵੀ ਕੀ ਹੋਈਏ, ਹਲੀਮ ਹੋਈਏ। ਕਿਉਂਕਿ ਜਿਹੜਾ ਹਲੀਮ ਆ ਉਹਦੇ ਉੱਤੇ ਪਰਮੇਸ਼ਵਰ ਹਲੀਮ ਆ, ਜਿਹੜਾ ਹਲੀਮ ਨਹੀਂ ਆ ਉਹਦੇ ਉੱਤੇ ਪਰਮੇਸ਼ਵਰ ਵੀ ਫਿਰ ਹਲੀਮ ਨਹੀਂ ਹੈ ਨਾ। ਸੋ ਮੱਤੀ 5:6 'ਚ ਲਿਖਿਆ, धन्य है वह जो धर्म के भूखे हैं और प्यासे हैं, क्योंकि वह तृप्त किए जाएंगे। हाँ जी, पंजाबी च पढ़ांगे। ਹੁਣ ਅਸੀਂ ਤਾਂ ਆਪਣੇ ਆਲੇ ਦੁਆਲੇ ਇਹੀ ਸੋਚਦੇ ਵੀ ਹਿੰਦੂ ਧਰਮ, ਸਿੱਖ ਧਰਮ, ਕ੍ਰਿਸਚਨ ਧਰਮ, ਮੁਸਲਮਾਨ ਧਰਮ, ਹੈ ਨਾ। ਲੇਕਿਨ ਧਰਮ ਦੀ ਪਰਿਭਾਸ਼ਾ ਜੋ ਬਾਈਬਲ ਦੱਸਦੀ ਆ ਉਹ ਇਹ ਜਾਤੀਆਂ ਇਕੱਠੀਆਂ ਕਰਕੇ ਜਿਹੜੇ ਬਣੇ ਹੋਏ ਕੁਨਬੇ ਆ, ਇਹ ਧਰਮ ਦਾ ਨਾਂ ਨਹੀਂ ਗਾ ਇਹਨਾਂ ਨੂੰ ਦਿੱਤਾ ਜਾ ਸਕਦਾ। ਧਰਮ ਤੇ ਪਰਮੇਸ਼ਵਰ ਦਾ ਇੱਕ ਗੁਣ ਆ, ਜਿਹਦੀ ਧਾਰਮਿਕਤਾ ਉਹਦੇ ਵਿੱਚ ਵਾਸ ਕਰਦੀ, ਉਹਨੂੰ ਧਰਮ ਕਿਹਾ ਜਾਂਦਾ ਹੈ। ਅਤੇ ਜਿਹੜਾ ਆਪਣੇ ਜੀਵਨ ਨੂੰ ਉਸ ਧਾਰਮਿਕਤਾ ਦੇ ਵਿੱਚ ਗੁਜ਼ਾਰਦਾ ਆ, ਉਹ ਧਰਮ ਦੇ ਵਿੱਚ ਆ। ਜਿਹੜਾ ਉਸ ਧਾਰਮਿਕਤਾ ਦੇ ਵਿੱਚ ਨਹੀਂ ਆ, ਉਹ ਧਰਮ ਦੇ ਵਿੱਚ ਵੀ ਨਹੀਂ ਆ। ਇਸ ਲਈ ਇਸ ਗੁਣ ਨੂੰ ਅਸੀਂ ਆਪਣੇ ਵਿੱਚ ਲੈਣਾ ਹੈ। ਤੇ ਕੀ ਲਿਖਿਆ, ਧन्य है वह जो धर्म के भूखे और प्यासे हैं। ਸੋ ਸਾਡੇ ਵਿੱਚ ਇਹ ਭੁੱਖ ਤੇ ਪਿਆਸ ਹੋਣੀ ਚਾਹੀਦੀ ਕਿਸ ਚੀਜ਼ ਦੀ, ਕਿ ਅਸੀਂ ਉਹਦੀ ਧਾਰਮਿਕਤਾ ਨੂੰ ਕਿਸੇ ਤਰ੍ਹਾਂ ਆਪਣੇ ਵਿੱਚ ਦਿਖਾ ਸਕੀਏ। ਸੋ ਜੇ ਸਾਡੇ ਅੰਦਰ ਇਹ ਭੁੱਖ ਹੈ ਕਿ ਅਸੀਂ ਧਾਰਮਿਕਤਾ ਨੂੰ ਦਿਖਾ ਸਕੀਏ, ਤੇ ਫਿਰ ਅਸੀਂ ਕੋਸ਼ਿਸ਼ ਕਰਾਂਗੇ, ਯਤਨ ਕਰਾਂਗੇ, ਕਿਉਂਕਿ ਵਚਨ ਕਹਿੰਦਾ ਵੀ ਉਹੀ ਤ੍ਰਿਪਤ ਕੀਤੇ ਜਾਣਗੇ ਜਿਹੜੇ ਇਸ ਕਿਸਮ ਦੀ ਭੁੱਖ ਤੇ ਪਿਆਸ ਰੱਖਣਗੇ। 5:7 'ਚ ਲਿਖਿਆ, धन्य है वह जो दयावंत हैं, क्योंकि उन पर दया की जाएगी। पंजाबी च पढ़ो जी। हाँ जी, दयावाना दे उत्ते ही दया की जाओगी। सो वचन च लिखा, जैसा तू चाहना है परमेश्वर तेरे नाल करे, तेरे लिए जरूरी है तुम ही उस तरह लोगों के नाल करे। जे मैं चाहना परमेश्वर मेरे उत्ते दया करे, तो फिर मैनू की करना चाहिए, लोगों उत्ते दया
ਕਰਨੀ ਚਾਹੀਦੀ ਸੀ। ਜੇ ਮੈਂ ਦਇਆ ਨਹੀਂ ਕਰਦਾ ਤਾਂ ਫਿਰ ਪਰਮੇਸ਼ਵਰ ਤੋਂ ਵੀ ਮੈਂ ਦਇਆ ਦੀ ਉਮੀਦ ਰੱਖ ਸਕਦਾ ਨਹੀਂ। ਸਾਡੀਆਂ ਦੁਆਵਾਂ ਕਿਉਂ ਨਹੀਂ ਸੁਣੀਆਂ ਜਾਂਦੀਆਂ? ਇਸੇ ਲਈ ਨਹੀਂ ਸੁਣੀਆਂ ਜਾਂਦੀਆਂ ਕਿਉਂਕਿ ਅਸੀਂ ਜਿੱਥੇ ਦਇਆ ਦਿਖਾਉਣੀ ਆ ਉੱਥੇ ਦਇਆ ਦਿਖਾਉਂਦੇ ਨਹੀਂ ਆ। ਤੇ ਵਚਨ ਦੇ ਵਿੱਚ ਪਹਿਲਾਂ ਲਿਖ ਦਿੱਤਾ ਜੇ ਤੂੰ ਦਇਆ ਨਹੀਂ ਦਿਖਾਉਂਦਾ ਤਾਂ ਤੂੰ ਦਇਆ ਦੀ ਉਮੀਦ ਵੀ ਰੱਖ ਸਕਦਾ ਨਹੀਂ ਆ। ਫਿਰ ਅਸੀਂ ਪਰੇਸ਼ਾਨ ਹੁੰਦੇ ਹਾਂ ਤੇ ਪਰਮੇਸ਼ਵਰ ਦੇ ਉੱਤੇ ਫਿਰ ਅਸੀਂ ਇਲਜ਼ਾਮ ਲਾਉਂਦੇ ਹਾਂ ਵੀ ਵਚਨ ਕਹਿੰਦਾ ਤਾਂ ਹੈਗਾ ਪਰਮੇਸ਼ਵਰ ਸੁਣਦਾ ਆ, ਪਰ ਫਿਰ ਸਾਡੀ ਕਿਉਂ ਨਹੀਂ ਸੁਣਦਾ? ਇਸੇ ਲਈ ਨਹੀਂ ਸੁਣਦਾ ਕਿਉਂਕਿ ਜਿੱਥੇ ਦਇਆ ਸਾਨੂੰ ਕਰਨ ਦਾ ਮੌਕਾ ਮਿਲਿਆ ਸੀ ਉੱਥੇ ਅਸੀਂ ਦਇਆ ਕੀਤੀ। ਇਸ ਕਰਕੇ ਫਿਰ ਸਾਡੇ ਉੱਤੇ ਵੀ ਦਇਆ ਹੋਊਗੀ ਕਿਉਂਕਿ ਲਿਖਿਆ ਬਚਨ ਦੇ ਵਿੱਚ ਜਿਸ ਮਾਪ ਦੇ ਨਾਲ ਤੁਸੀਂ ਤੋਲੋਗੇ ਉਹਦੇ ਨਾਲ ਹੀ ਤੁਹਾਡੇ ਲਈ ਤੋਲਿਆ ਜਾਊਗਾ। ਜਿੱਦਾਂ ਦਾ ਕਰਨਾ ਹੈ ਉੱਦਾਂ ਦਾ ਹੀ ਅਸੀਂ ਪਾਉਣਾ ਆ। ਅੱਗੇ ਪੜ੍ਹਦੇ ਹਾਂ ਆਪਣੇ 5:8 ਦੇ ਵਿੱਚ, धन्य है वह जिनके मन शुद्ध हैं क्योंकि वह परमेश्वर को देखेंगे। ਕਿਹੜੇ ਕੌਣ ਲੋਕ ਦੇਖਣਗੇ? ਸ਼ੁੱਧ ਮਨ ਵਾਲੇ ਲੋਕ ਪਰਮੇਸ਼ਵਰ ਨੂੰ ਦੇਖਣਗੇ। ਪੰਜਾਬੀ 'ਚ ਪੜ੍ਹ ਦਿਓ। ਹਾਂਜੀ, ਜੇ ਅਸੀਂ ਚਾਹੁੰਦੇ ਹਾਂ ਵੀ ਅਸੀਂ ਪਰਮੇਸ਼ਵਰ ਨੂੰ ਦੇਖੀਏ ਤਾਂ ਫਿਰ ਸਾਨੂੰ ਕੀ ਹੋਣਾ ਚਾਹੀਦਾ? ਕਿੱਦਾਂ ਦਾ ਹੋਣਾ ਚਾਹੀਦਾ ਜੀ? ਕਪਟ ਵਾਲਾ ਮਨ ਜਿਹੜਾ ਆ ਉਹ ਪਰਮੇਸ਼ਵਰ ਨੂੰ ਕਦੇ ਦੇਖ ਸਕਦਾ ਨਹੀਂ ਹੈ। ਫਿਰ ਜ਼ਰੂਰੀ ਕੀ ਹੈ? ਜੇ ਅਸੀਂ ਚਾਹੁੰਦੇ ਹਾਂ ਪਰਮੇਸ਼ਵਰ ਨੂੰ ਦੇਖੀਏ ਤਾਂ ਫਿਰ ਕਿਹੋ ਜਿਹੇ ਹੋਣੇ ਚਾਹੀਦੇ? ਸ਼ੁੱਧ ਮਨ ਹੋਣੇ ਚਾਹੀਦੇ। ਤਾਂ ਬੰਦਾ ਕਹੂਗਾ ਪਰਮੇਸ਼ਵਰ ਤਾਂ ਕਦੇ ਕਿਸੇ ਨੇ ਦੇਖਿਆ ਨਹੀਂਗਾ, ਇਹ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ, ਪਰ ਦੇਖਾਂਗੇ। ਪਰਮੇਸ਼ਵਰ ਨੂੰ ਅੱਜ ਤੱਕ ਕਿਸੇ ਨੇ ਦੇਖਿਆ ਨਹੀਂ ਹੈ, ਪਰ ਜਿਹੜੇ ਸ਼ੁੱਧ ਮਨ ਵਾਲੇ ਹੈਗੇ ਆ ਉਹਨਾਂ ਨੂੰ ਪਰਮੇਸ਼ਵਰ ਆਪਣੇ ਆਪ ਨੂੰ ਉਹਨਾਂ 'ਤੇ ਪ੍ਰਗਟ ਕਰੂਗਾ। ਇੱਕ ਦਿਨ ਠਹਿਰਾਇਆ ਹੈ ਪਰਮੇਸ਼ਵਰ ਨੇ, ਔਰ ਉਹ ਜਿਹੜੇ ਸ਼ੁੱਧ ਮਨ ਦੇ ਨਾਲ ਚੱਲਣਗੇ ਉਹ ਪਰਮੇਸ਼ਵਰ ਨੂੰ ਦੇਖਣਗੇ। ਕਪਟ ਮਨ ਤੋਂ ਪਰਮੇਸ਼ਵਰ ਨੂੰ ਘਿਰਨਾ ਆ। मत्ती 5:9, धन्य है वह जो मेल करवाने वाले हैं क्योंकि वह परमेश्वर के पुत्र कहलाएंगे। कौन है जी धन? पंजाबी पढ़ दो। धन ਜਿਹੜੇ मेल करवाउण वाले हैं क्योंकि वह परमेश्वर के पुत्र कहलाएंगे। कदी किसी का तलाक तलूक कराया? किसी ਦੇ ਤਲਾਕ ਹੋਣ ਦੇ ਭੂਮਿਕਾ ਨਿਭਾਈ ਹੋਵੇ? ਕਿਸੇ ਦੇ ਤਲਾਕ ਹੋਣ 'ਚ ਭੂਮਿਕਾ ਨਿਭਾਈ ਹੋਵੇ? ਨਿਭਾ ਰਿਹਾ। ਔਰ ਵਚਨ ਦੇ ਵਿੱਚ ਲਿਖਿਆ ਵੀ ਇਹ ਉਹ ਪਾਪ ਆ ਜਿਹੜਾ ਕਿਸੇ ਵੀ ਕੀਮਤ ਦੇ ਉੱਤੇ ਮਾਫ ਹੀ ਨਹੀਂ। ਤਲਾਕ ਜਿਹਨੇ ਦੇਣਾ ਤੇ ਜਿਹਨੇ ਲੈਣਾ ਉਹਦੀ ਗੱਲ ਤੇ ਬੜੀ ਦੂਰ ਦੀ ਆ। ਵਚਨ ਭਲਾ ਕੀ ਕਹਿੰਦਾ? ਜਿਹੜਾ ਇਹਦੇ ਵਿੱਚ ਭੂਮਿਕਾ ਵੀ ਨਿਭਾਉਂਦਾ ਆ। ਸ਼ਾਇਦ ਮੇਰਾ ਖਿਆਲ ਤੁਸੀਂ ਪਾਸਟਰ ਫਿਨੀ ਉਹਨਾਂ ਦਾ ਮੈਸੇਜ ਸੁਣ ਲਿਆ ਹੋਣਾ, ਮੈਨੂੰ ਜ਼ਿਆਦਾ ਇਹ 'ਤੇ ਡਿਟੇਲ 'ਚ ਜਾਣ ਦੀ ਜ਼ਰੂਰਤ ਨਹੀਂ ਆ। ਇਹ ਉਹ ਮਹਾ ਪਾਪਾਂ ਦੇ ਵਿੱਚੋਂ ਇੱਕ ਪਾਪ ਆ ਜਿਨ੍ਹਾਂ ਦੇ ਬਾਰੇ ਪਰਮੇਸ਼ਵਰ ਕਹਿੰਦਾ ਵੀ ਨਾ ਇਸ ਯੁੱਗ ਵਿੱਚ ਤੇ ਨਾ ਹੀ ਆਉਣ ਵਾਲੇ ਯੁੱਗ ਵਿੱਚ ਕਿਸੇ ਵੀ ਕੀਮਤ ਦੇ ਉੱਤੇ ਮਾਫ ਕੀਤਾ ਜਾਊਗਾ। ਉਹਦੀ ਵਜ੍ਹਾ ਕੀ ਹੈ? ਲਿਖਿਆ ਜਿਹਨੂੰ ਪਰਮੇਸ਼ਵਰ ਨੇ ਜੋੜਿਆ ਉਹਨੂੰ ਕੋਈ ਤੋੜਨ ਦਾ ਯਤਨ। ਇਹਦੇ ਲਈ ਫਿਰ ਕੋਈ ਤੌਬਾ, ਕੋਈ ਪਛਤਾਪ, ਕੋਈ ਚੜਾਵਾ, ਕੋਈ ਦੁਆ, ਕੋਈ ਪ੍ਰਾਰਥਨਾ, ਕੋਈ ਕੰਮ ਕਰਨ ਵਾਲੀ ਨਹੀਂ ਹੈ। ਇਸ ਲਈ ਜੇ ਪਿਛਲੇ ਸਮਿਆਂ ਦੇ ਵਿੱਚ ਨਿਭਾ ਚੁੱਕੇ ਹੋ ਇੱਦਾਂ ਦੀ ਭੂਮਿਕਾ, ਉਹਦੇ ਲਈ ਮਾਫੀ ਮੰਗਣ ਦੀ ਜ਼ਰੂਰਤ ਆ। ਤੇ ਅੱਗਿਓਂ ਇੱਦਾਂ ਦਾ ਕੋਈ ਆਵੇ ਸਿਸਟਮ, ਉਹਦੇ ਅੱਗੇ ਕੀ ਜੋੜਨੇ? ਭਲਾ ਹੱਥ ਜੋੜਨੇ ਆ ਵੀ ਸਾਡੇ ਕੋਲ ਪ੍ਰਾਰਥਨਾ ਕਰਾਉਣੀ ਤੇ ਕਰਵਾ ਲਓ। ਇਹ ਕੰਮ ਸਾਡਾ ਕਰਨ ਵਾਲਾ ਨਹੀਂ ਹੈ। ਕਿਉਂ ਭਲਾ? ਕਿਉਂਕਿ ਵਚਨ 'ਚ ਕੀ ਲਿਖਿਆ ਆ? ਧਨ ਉਹ ਆ ਜਿਹੜੇ ਮੇਲ ਕਰਵਾਉਂਦੇ ਆ। ਤੇ ਅਗਲੀ ਗੱਲ ਆਪਾਂ ਹੋਰ ਇਹਨੂੰ ਨਿਖਾਲ ਲੈਂਦੇ ਆ। ਚਲੋ ਛੱਡੋ, ਅਸੀਂ ਇਨਸਾਨ ਹੁੰਦੇ ਹੋਏ ਗੁਨੇਗਾਰ ਇਨਸਾਨ ਆ ਤੇ ਸਾਡੇ ਕੋਲ ਮੇਲ 'ਚ ਕਰਵਾਇਆ ਜਾਣਾ ਨਹੀਂ, ਠੀਕ ਹੈ ਜੀ। ਚਲੋ ਇੱਕ ਚੰਗਾ ਕੰਮ ਜੇ ਸਾਡੇ ਕੋਲ ਨਹੀਂ ਨਾ ਹੁੰਦਾ ਤੇ ਇੱਕ ਪੁੱਠਾ ਕੰਮ ਨਾ ਕਰੋ। ਜਿਹੜਾ ਮੇਲ ਹੈਗਾ ਉਹਨਾਂ ਦੇ ਮੇਲ ਨੂੰ ਤੜਵਾਓ। ਮੇਲ ਤੇ ਨਹੀਂ ਕਰਵਾ ਸਕਦੇ ਪਰ ਇੱਕ ਕੰਮ ਚੰਗਾ ਕਰ ਲਓ। ਕੀ ਕਰੋ ਭਲਾ? ਜੇ ਅਸੀਂ ਮੇਲ ਕਰਵਾ ਨਹੀਂ ਨਾ ਸਕਦੇ ਤੇ ਜਿਹਨਾਂ ਦਾ ਮੇਲ ਹੋਇਆ ਪਿਆ ਉਹਨੂੰ ਤੋੜੀਏ ਨਾ, ਹੈ ਨਾ। ਇਹ ਤਾਂ ਸੌਖਾ ਆ, ਹਾਂਜੀ। ਪਰ ਅੱਜ ਸੰਸਾਰ 'ਚ ਉਲਟਾ ਹੁੰਦਾ, ਤੋੜਨਾ ਹੋਰ ਜ਼ਿਆਦਾ ਸੌਖਾ ਲੱਗਦਾ, ਹੈ ਨਾ। ਲੇਕਿਨ ਇਹ ਕੰਮ ਅਸੀਂ ਕਰ ਸਕਦੇ ਜੇ ਅਸੀਂ ਮੇਲ ਨਹੀਂ ਕਰਵਾ ਸਕਦੇ ਤੇ ਘੱਟੋ ਘੱਟ ਜਿਹਨਾਂ ਦਾ ਮੇਲ ਹੋਇਆ ਪਿਆ ਉਹਨੂੰ ਤੋੜੀਏ ਨਾ। ਪਰ ਵਚਨ ਕੀ ਦੱਸਦਾ ਆ? ਧਨ ਕੌਣ ਹੈ ਭਲਾ? ਜਿਹੜੇ ਮੇਲ ਕਰਵਾਉਂਦੇ। ਕਰਵਾਉਣ ਵਾਲੇ ਨੂੰ ਧਨ ਕਿਹਾ ਗਿਆ ਆ। ਉਹ ਮੇਲ ਕਿਸੇ ਵੀ ਕਿਸਮ ਦਾ ਹੋ ਸਕਦਾ ਹੈ। ਉਹ ਭੈਣ ਭਰਾ ਦਾ ਮੇਲ ਹੋ ਸਕਦਾ ਹੈ, ਮਾਂ ਬਾਪ ਦੇ ਨਾਲ ਮੇਲ ਹੋ ਸਕਦਾ ਆ, ਆਪਣੇ ਯਾਰਾਂ ਦੋਸਤਾਂ ਨਾਲ ਮੇਲ ਹੋ ਸਕਦਾ, ਆਪਣੇ ਰਿਸ਼ਤੇਦਾਰਾਂ ਦੇ ਨਾਲ ਮੇਲ ਹੋ ਸਕਦਾ, ਆਪਣੇ ਆਂਢ ਗੁਆਂਢ ਦੇ ਨਾਲ ਮੇਲ ਹੋ ਸਕਦਾ ਆ। ਉਸ ਮੇਲ ਨੂੰ ਤੁਸੀਂ ਕਈ ਤਰ੍ਹਾਂ ਲੈ ਸਕਦੇ, ਪਰ ਮੁਬਾਰਕ ਉਹ ਆ ਜਿਹੜਾ ਮੇਲ ਕਰਵਾਉਂਦਾ ਆ। ਤੇ ਕੀ ਹੈ ਲਿਖਿਆ? ਕਿਉਂਕਿ ਵह ਪਰਮੇਸ਼ਵਰ ਕੇ ਪੁੱਤਰ ਕਹਿਲਾਏਂਗੇ। ਮੇਲ ਕਰਾਉਣ ਵਾਲੇ ਕੌਣ ਆ ਭਲਾ? ਕਿਉਂ ਭਲਾ ਇੱਥੇ ਮੇਲ ਕਰਾਉਣ ਵਾਲੇ ਨੂੰ ਪਰਮੇਸ਼ਵਰ ਦੇ ਪੁੱਤਰ ਦੀ ਪਦਵੀ ਕੱਲ੍ਹ ਹੀ ਦਿੱਤੀ ਗਈ ਵਚਨ ਦੇ ਅਨੁਸਾਰ? ਕਿਉਂਕਿ ਯਿਸੂ ਮਸੀਹ ਨੇ ਪੁੱਤਰ ਦੇ ਰੂਪ ਵਿੱਚ ਆ ਕੇ ਸਾਡਾ ਪਰਮੇਸ਼ਵਰ ਦੇ ਨਾਲ ਕੀ ਕਰਾਇਆ ਭਲਾ? ਪਰਮੇਸ਼ਵਰ ਦੇ ਨਾਲ ਕੋਈ ਮੇਲ ਕਰ ਹੀ ਸਕਦਾ ਨਹੀਂ ਸੀ ਕਿਉਂਕਿ ਪਾਪ ਦਾ ਕੀ ਸੀ? ਗੁਲਾਮ ਸੀ। ਤੇ ਜਿੰਨੀ ਦੇਰ ਪਾਪ ਵਿੱਚੋਂ ਹਟਦਾ ਨਾ, ਮੇਲ ਦੀ ਤੇ ਕੋਈ ਸੋਚ ਵੀ ਸਕਦਾ ਨਹੀਂ ਸੀ। ਇਸ ਕਰਕੇ ਉਹਦੇ ਪਿਆਰੇ ਪੁੱਤਰ ਮਸੀਹ ਯਿਸੂ ਨੇ ਇਸ ਮੇਲ ਨੂੰ ਕਰਾਉਣ ਦੀ ਭੂਮਿਕਾ ਨੂੰ ਨਿਭਾਇਆ। ਹਾਲੇਲੂਇਆ। ਤੇ ਜਦੋਂ ਉਹਨੇ ਇਸ ਭੂਮਿਕਾ ਨੂੰ ਨਿਭਾਇਆ ਆ ਤੇ ਵਚਨ ਦੇ ਵਿੱਚ ਫਿਰ
ਤੁਲਨਾ ਕੀਤੀ ਗਈ ਹੈ ਪ੍ਰਭੂ ਯਿਸੂ ਮਸੀਹ ਦੇ ਨਾਲ ਸਾਡੀ। ਤੇ ਤੁਲਨਾ ਵਿੱਚ ਕੀ ਹੈ? ਧੰਨ ਉਹ ਜਿਹੜੇ ਮੇਲ ਕਰਾਉਂਦੇ ਆ, ਕਿਉਂਕਿ ਪਰਮੇਸ਼ਵਰ ਦੇ ਪੁੱਤਰ ਕਹਿਲਾਉਣਗੇ। ਤੇ ਅਗਲੇ ਐਤਵਾਰ ਅਸੀਂ ਸਿੱਖਾਂਗੇ ਵੀ ਪਰਮੇਸ਼ਵਰ ਦੇ ਪੁੱਤਰ ਹੋਣ ਦਾ ਜਿਹੜਾ ਸਿਸਟਮ ਹੈ ਨਾ, ਉਹ ਅਸਲ ਦੇ ਵਿੱਚ ਹੈ ਕੀ ਹੈ। ਤੇ ਜੇ ਇਹਦੀ ਸਮਝ 'ਚੋਂ ਆ ਗਿਆ ਤੇ ਮੈਂ ਨਹੀਂ ਸਮਝਦਾ ਫਿਰ ਉਹਨੂੰ ਜ਼ਿਆਦਾ ਵਚਨ ਦੇ ਵੱਲ ਫਿਕਰ ਕਰਨ ਦੀ ਜ਼ਰੂਰਤ ਹੈ ਕਿ ਮੈਨੂੰ ਵਚਨ ਸਮਝ ਕਿਉਂ ਨਹੀਂ ਆਉਂਦਾ, ਕਿਉਂਕਿ ਛੋਟੀ ਜਿਹੀ ਗੱਲ ਹੀ ਕਈ ਵਾਰੀ ਸਮਝ ਆ ਜਾਵੇ ਤਾਂ ਸਾਰਾ ਕੁਛ ਹੀ ਸਮਝ ਵਿੱਚ ਆ ਜਾਂਦਾ ਹੈ। ਤਾਂ ਇਸ ਕਰਕੇ ਧਿਆਨ ਰੱਖਣਾ ਹੈ ਕਿ ਮੇਲ ਕਰਾਉਣ ਵਾਲਿਆਂ ਦੇ ਲਈ ਇੱਕ ਆਸ਼ੀਸ਼ ਜਿਹੜੀ ਠਹਿਰਾਈ ਗਈ ਉਹ ਕੀ ਹੈ ਭਲਾ? ਉਹ ਪਰਮੇਸ਼ਵਰ ਦੇ ਪੁੱਤਰ ਕਹਿਲਾਉਣਗੇ। ਇਹ ਛੋਟੀ ਆਸ਼ੀਸ਼ ਨਹੀਂ ਹੈ। ਤੇ ਜੇ ਕਿਤੇ ਕਿਸੇ ਦੇ ਮੇਲ ਹੋਏ ਨੂੰ ਤੜਵਾ ਦਿੱਤਾ ਤੇ ਫਿਰ ਪੁੱਤਰ ਤੇ ਅਸੀਂ ਕਹਿਲਾਵਾਂਗੇ ਨਹੀਂ ਤੇ, ਪਰ ਉਹਦੇ ਨਾਲ ਸਜ਼ਾ ਜਿਹੜੀ ਆ ਉਹ ਬੜੀ ਜ਼ਬਰਦਸਤ ਆ। ਮੱਤੀ 5:10 'ਚ ਲਿਖਿਆ, ਧन्य है वह जो धर्म के कारण सताए जाते हैं। ਕੀ ਹੈ ਭਲਾ? ਧਰਮ ਦੇ ਕਾਰਨ ਸਤਾਏ ਜਾਈਏ ਤੇ ਸਾਡੇ ਲਈ ਫਲ ਆ, ਤੇ ਜੇ ਪੁੱਠੇ ਕੰਮ ਕਰਕੇ ਸਤਾਏ ਜਾਈਏ ਹਾਂਜੀ ਤੇ ਫਿਰ ਪਰਮੇਸ਼ਵਰ ਤੇ ਦੋਸ਼ ਲਾਈਏ ਵੀ ਸਾਡੇ ਉੱਤੇ ਸਜ਼ਾ ਆਈ ਕਾਹਦੇ ਲਈ ਹੈ? ਕਿਉਂਕਿ ਵਚਨ ਨੇ ਦੱਸਿਆ, ਧन्य है वह जो धर्म के कारण ਸਤਾਏ ਜਾਂਦੇ। ਅਸੀਂ ਧਰਮ ਦੇ ਕਾਰਨ ਯਾਨੀ ਕਿ ਚੰਗੇ ਕੰਮ ਕਰਕੇ ਸਤਾਏ ਜਾਏ ਤੇ ਕੋਈ ਸਾਡੇ ਲਈ ਅਫਸੋਸਜਨਕ ਗੱਲ ਨਹੀਂ ਆ, ਕਿਉਂਕਿ ਸਾਡਾ ਮਨ ਸਾਨੂੰ ਦਲੇਰੀ ਦਿੰਦਾ ਹੈ। ਤੇ ਯੂਨਾ ਲਿਖਦਾ, ਬੱਚਿਓ ਮਨ ਸਾਡਾ ਸਾਨੂੰ ਦਲੇਰੀ ਦੇਵੇ ਤੇ ਆਪਣੇ ਸਾਡਾ ਮਨ ਸਾਡੇ ਦੋਸ਼ ਨਾ ਲਾਵੇ ਤੇ ਪਰਮੇਸ਼ਵਰ ਦੇ ਕੀ ਹੈ? ਦਲੇਰੀ ਹੈ। ਹਨਾ धन्य है वह जो धर्म के कारण सताए जाते हैं क्योंकि स्वर्ग का राज्य उन्हीं का है। किहड़ा दा जी राज भला? स्वर्ग का राज किहड़ा दा है? ਜਿਹੜੇ ਧਰਮ ਦੇ ਕਾਰਨ ਸਤਾਏ ਜਾਂਦੇ ਨਾ, ਉਹ ਆਪਣੇ ਉੱਤੇ ਕੋਈ ਚਿੰਤਾ ਨਾ ਲਿਆਉਣ, ਨਾ ਪਰੇਸ਼ਾਨ ਹੋਣ ਤੇ ਇਸ ਚੀਜ਼ ਦੀ ਵਰੀ ਵੀ ਨਾ ਕਰਨ ਕਿ ਮੈਂ ਤੇ ਬਹੁਤ ਚੰਗਾ ਚੱਲਦਾ, ਫਿਰ ਮੇਰੇ ਨਾਲ ਮਾੜਾ ਕਿਉਂ ਹੁੰਦਾ। ਅਕਸਰ ਸਾਡੇ ਇਹ ਗਿਲੇ ਚੱਲਦੇ ਆ। ਲੇਕਿਨ ਬੱਚੇ ਕੀ ਦਾਦਾ ਮੁਬਾਰਕ ਆ, ਤੁਸੀਂ ਖੁਸ਼ ਹੋਵੋ ਕਿ ਤੁਸੀਂ ਕਾਹਦੇ ਲਈ ਸਤਾਏ ਜਾਂਦੇ ਭਲਾ? ਤੁਸੀਂ ਮਸੀਹ ਦੇ ਵਿੱਚ ਚੱਲ ਰਹੇ ਹੋ, ਧਾਰਮਿਕਤਾ ਦੇ ਵਿੱਚ ਚੱਲ ਰਹੇ ਹੋ, ਇਸ ਲਈ ਤੁਸੀਂ ਸਤਾਏ ਜਾਂਦੇ ਹੋ। ਯਾਦ ਰੱਖੋ, ਜੇ ਤੁਸੀਂ ਸਤਾਏ ਜਾਂਦੇ ਹੋ ਤੇ ਇੱਥੇ ਬੇਸ਼ੱਕ ਤੁਹਾਨੂੰ ਸਤਾਇਆ ਜਾ ਰਿਹਾ ਹੈ, ਲੇਕਿਨ ਜਿਹੜਾ ਰਾਜ ਉਹ ਦੇਣ ਵਾਲਾ ਨਾ, ਉਸ ਰਾਜ ਦਾ ਤੁਸੀਂ ਕੀ ਭਲਾ ਅਧਿਕਾਰੀ ਹੋ। ਧਰਮ ਦੇ ਕਾਰਨ ਜੇ ਸਤਾਏ ਜਾਂਦੇ ਹੋ। 11 ਆਇਤ, धन्य हो तुम जब मनुष्य मेरे कारण तुम्हारी निंदा करें। ਕੀ ਕਰਨ ਜੀ? ਤੇ ਅਸੀਂ ਤਾਂ ਘਬਰਾਏ ਨੇ ਮਿੰਟ ਦੇ ਵਿੱਚ, ਜਦੋਂ ਸਾਡੀ ਕੋਈ ਨਿੰਦਾ ਨੁੰਦਾ ਕਰਦਾ ਅਸੀਂ ਤਾਂ ਜੁੱਤੀ ਚੁੱਕਦੇ ਹਾਂ। ਹਾਂਜੀ, ਵੀ ਉਹਦਾ ਸਿਰ ਲੱਭ ਪਵੇ ਕਿਸੇ ਤਰ੍ਹਾਂ। ਹੈ ਨਾ, ਸਾਡਾ ਕੋਸ਼ਿਸ਼ ਕੀ ਹੁੰਦੀ ਭਲਾ ਵੀ ਅਸੀਂ ਇਸ ਬੰਦੇ ਨੂੰ ਛੱਡਣਾ ਨਹੀਂ। ਕਿਉਂ ਭਲਾ? ਨੰਬਰ 1 ਤੇ ਵਚਨ ਦਾ ਗਿਆਨ ਨਹੀਂ, ਨੰਬਰ 2 ਮਸੀਹ ਦੀ ਪਹਿਚਾਣ ਨਹੀਂ। ਕਿਉਂਕਿ ਜਦੋਂ ਤੱਕ ਸਾਨੂੰ ਪੂਰੀ ਇਹਦੀ ਪਹਿਚਾਣ ਦੇ ਵਿੱਚ ਨਹੀਂ ਨਾ ਅਸੀਂ ਵੱਧਦੇ, ਉਨੀ ਦੇਰ ਤੱਕ ਸਾਡੇ ਵਿੱਚ ਇਹ ਚੀਜ਼ਾਂ ਰਹਿੰਦੀਆਂ ਭਲਾ। ਜਦੋਂ ਸਾਡੀ ਕੋਈ ਨਿੰਦਾ ਕਰੂਗਾ ਸਾਨੂੰ ਗੁੱਸਾ ਆਊਗਾ। ਹਾਂਜੀ, ਤੇ ਅਸੀਂ ਕਿਸ ਹੱਦ ਤੱਕ ਪਹੁੰਚਣਾ ਭਲਾ? ਉਸ ਲੈਵਲ ਦੇ ਉੱਤੇ ਅਸੀਂ ਪਹੁੰਚਣਾ ਆ ਵੀ ਸਾਡੀ ਕੋਈ ਨਿੰਦਾ ਕਰੇ ਤੇ ਸਾਨੂੰ ਨਿੰਦਾ ਲੱਗੇ ਨਾ। ਹਾਂਜੀ, ਨਿੰਦਾ करे तो निंदा लगे ना, और सताए और झूठ बोल बोल कर तुम्हारे विरोध में सब प्रकार की बुरी बातें कहें। ਇੰਨਾ ਕੁਛ ਜੇ ਕਹਿੰਦਾ ਤੁਹਾਡੇ ਬਾਰੇ ਹੋਵੇ ਨਾ ਤੇ ਤੁਸੀਂ ਕੀ ਹੋ ਭਲਾ? ਤੇ ਅਸੀਂ ਤੇ ਇਹਦਾ ਉਲਟਾ ਲੈ ਲੈਣਾ ਵੀ ਇੰਨਾ ਕੁਛ ਸਾਡੇ ਨਾਲ ਹੁੰਦਾ ਤੇ ਇਹਦਾ ਮਤਲਬ ਰੱਬ ਤੇ ਸਾਡੇ ਨਾਲ ਹੋਣਾ ਹੀ ਨਹੀਂਗਾ ਤੇ ਸਾਡਾ ਤਾਂ ਕੰਮ ਕੁਛ ਖਰਾਬ ਹੈ। ਲੇਕਿਨ ਲਿਖਿਆ ਵੀ ਧੰਨ ਆ ਤੁਸੀਂ। ਪਰ ਕਿਉਂ ਧੰਨ ਆ? ਜੇ ਮਸੀਹ ਦੇ ਇਸ ਜੀਵਨ ਦੇ ਕਾਰਨ ਤੁਹਾਡੇ ਨਾਲ ਇਹ ਵਾਪਰਦਾ ਆ ਤੇ ਫਿਰ ਤੁਸੀਂ ਧੰਨ ਹੋ। ਕਹਿੰਦਾ ਚੰਗੇ ਕੰਮ ਕਰਕੇ ਮੁੱਕੇ ਖਾਣੇ ਜਿਹੜੇ ਆ ਉਹਦਾ ਤੇ ਫਲ ਆ, ਪਰ ਜੇ ਤੁਸੀਂ ਬੁਰਾ ਕੰਮ ਕਰਕੇ ਖਾਂਦੇ ਹੋ ਤੇ ਫਿਰ ਉਹਦਾ ਕੋਈ ਕੰਮ ਫਾਇਦਾ ਨਹੀਂ। ਤੇ ਮੁੱਕੇ ਤੇ ਪੈਂਦੇ ਹੀ ਆ ਦੋਨੇ ਪਾਸਿਓਂ, ਪਰ ਚੰਗੇ ਮੁੱਕੇ ਭਲਾ ਕਿਹੜੇ ਆ? ਜਿਹੜੇ ਧਰਮ ਦੇ ਕਾਰਨ ਪੈਣ ਤੇ ਉਹਦਾ ਤੇ ਫਲ ਆ। ਇਸ ਲਈ ਕਹਿੰਦਾ ਇਹ ਇਹੋ ਜਿਹੀਆਂ ਗੱਲਾਂ ਤੁਹਾਡੇ ਨਾਲ ਕਰਨ। ਆਨੰਦਿਤ ਔਰ ਮਗਨ ਹੋਣਾ। ਕੀ ਹੋਣਾ ਜੀ ਭਲਾ? ਨਿੰਦਾ ਦੇ ਵਿੱਚ ਤੁਸੀਂ ਆਨੰਦਿਤ ਮਗਨ ਕਿੰਨੀ ਵਾਰੀ ਹੋਏ ਆ? ਹਾਲੇਲੂਇਆ, ਸ਼ੁਕਰ ਹੈ ਇੱਕ ਤੇ ਹੈਗਾ। ਹੋਰ ਕੋਈ? ਤੁਹਾਡੀ ਨਿੰਦਾ ਬੇਇੱਜ਼ਤੀ ਕਿਸੇ ਨੇ ਕੀਤੀ ਹੋਵੇ ਤੇ ਤੁਸੀਂ ਮਗਨ ਹੋਏ ਹੋ। ਹਾਂਜੀ, धन्य हो तुम जब मनुष्य मेरे कारण तुम्हारी की करन जी निंदा करन ते की वचन दसदा ਤੁਸੀਂ ਕੀ ਹੋਣਾ ਭਲਾ? ਆਨੰਦਿਤ ਹੋਣਾ। ਨਿੰਦਾ ਦੇ ਨਾਲ ਕੀ ਹੋਣਾ ਜੀ? ਬੋਲੋ। ਜੇ ਤੇ ਅਸੀਂ ਚਾਹੁੰਦੇ ਨਾ ਵੀ ਅਸੀਂ ਸਵਰਗ ਦੇ ਰਾਜ ਦੀ ਸਾਡੀ ਟਿਕਟ ਕੱਟੀ ਨਾ ਜਾਵੇ ਤੇ ਫਿਰ ਕੀ ਹੋਣਾ ਭਲਾ? ਨਿੰਦਾ ਹੋਵੇ ਤੇ ਕੀ ਹੋਣਾ ਭਲਾ? ਆਨੰਦਿਤ ਯਾਨੀ ਕਿ ਖੁਸ਼ ਹੋਣਾ। ਸਤਾਏ ਜਾਈਏ ਫਿਰ ਵੀ ਕੀ ਹੋਣਾ? ਖੁਸ਼ ਹੋਣਾ। ਝੂਠ ਬੋਲ ਬੋਲ ਕੇ ਸਾਡੇ ਖਿਲਾਫ ਕੋਈ ਸਾਜ਼ਿਸ਼ ਰਚੇ ਤੇ ਕੀ ਹੋਣਾ ਭਲਾ? खुश होना, आनंदित होना। क्यों भला आनंदित होना है? मगन रहो। कहता आनंदित और मगन होना क्योंकि तुम्हारे लिए स्वर्ग में बड़ा फल है।
इसलिए कि उन्होंने उन भविष्यवक्ताओं को जो तुमसे पहले थे इसी रीति से सताया था। ये कहना ਤੁਹਾਡੇ ਨਾਲ ਨਵਾਂ ਕੰਮ ਨਹੀਂ ਹੋ ਰਿਹਾ, ਤੁਹਾਡੇ ਤੋਂ ਪਹਿਲਾਂ ਜਿਨ੍ਹਾਂ ਨੂੰ ਅੱਜ ਤੁਸੀਂ ਸੋਚ ਕੇ ਤੇ ਜਿਨ੍ਹਾਂ ਨੂੰ ਲੈ ਕੇ ਤੁਸੀਂ ਪ੍ਰਚਾਰ ਕਰਦੇ ਹੋ ਨਾ, ਅਬਰਾਹਮ ਐਸਾ ਸੀ, ਇਸਹਾਕ ਐਸਾ ਸੀ, ਯਾਕੂਬ ਐਸਾ ਸੀ, ਦਾਊਦ ਐਸਾ ਸੀ, ਮੂਸਾ ਐਸਾ ਸੀ, ਇਹ ਸਾਰੇ ਕੀ ਹੋਏ ਭਲੇ? ਤੁਹਾਡੇ ਤੋਂ ਪਹਿਲਾਂ ਜਿੰਨੇ ਵੀ ਆਏ ਆ ਉਹ ਵੀ ਇਸੇ ਤਰ੍ਹਾਂ ਸਤਾਏ ਗਏ ਆ। ਇਸ ਕਰਕੇ ਕਹਿੰਦਾ ਤੁਸੀਂ ਕੋਈ ਖਾਸ ਜ਼ਿਆਦਾ ਪਰੇਸ਼ਾਨ ਹੋਣ ਦੀ ਤੁਹਾਨੂੰ ਜ਼ਰੂਰਤ ਨਹੀਂ ਆ। ਤੁਮ ਪ੍ਰਿਥਵੀ ਕੇ ਨਮਕ ਹੋ। ਹਾਂਜੀ ਹੈਗੇ ਆ ਜੀ। ਵਿਸ਼ਾ ਪਹਿਲਾਂ ਸਮਝੋ ਅਸੀਂ ਕੀ ਆ। ਨੰਬਰ 1 ਸਾਡਾ ਵਿਸ਼ਾ ਇਹ ਚੱਲ ਰਿਹਾ ਆ ਕਿ ਤੌਬਾ ਕਰਕੇ ਬਪਤਿਸਮਾ ਲੈ ਕੇ ਗੈਰ ਜ਼ੁਬਾਨ ਬੋਲਣ ਵਾਲੇ ਕੀ ਸਾਰੇ ਲੋਕ ਸਵਰਗ ਦੀ ਬਾਦਸ਼ਾਹਤ ਦੇ ਵਿੱਚ ਜਾਣਗੇ? ਤੇ ਅੱਜ ਅਸੀਂ ਇਸ ਚੀਜ਼ ਦੇ ਉੱਤੇ ਵਿਚਾਰ ਕਰ ਰਹੇ ਹਾਂ ਵੀ ਐਸੀ ਕਿਹੜੀ ਖੂਬੀ ਹੈ ਜਿਹਦਾ ਕਰਕੇ ਅਸੀਂ ਦਾਅਵਾ ਕਰਦੇ ਹਾਂ ਵੀ ਅਸੀਂ ਜਾਵਾਂਗੇ। ਮੈਂ ਕਾਫੀ ਐਸੇ ਲੋਕਾਂ ਨੂੰ ਜਾਣਦਾ, ਉਹ ਛਾਤੀ ਠੋਕ ਕੇ ਹੱਥ ਮਾਰ ਕੇ ਕਹਿੰਦੇ ਆ ਮੈਨੂੰ ਕਿਸੇ ਦਾ ਕੋਈ ਪਤਾ ਨਹੀਂ ਪਰ ਮੈਂ ਪੱਕਾ 100% ਜਾਊਂਗਾ। ਤੇ ਜਦੋਂ ਉਹਨਾਂ ਦਾ ਜੀਵਨ ਦੇਖਦੇ ਆ ਤੇ ਫਿਰ ਸਾਨੂੰ ਵਾਲੇ ਮਿਲਦਾ ਇਹ ਜੇ ਚਲੇ ਗਿਆ ਫਿਰ ਸਾਡਾ ਤਾਂ ਪੱਕਾ ਹੀ ਹੈ, ਕਿਉਂਕਿ ਉਹਨਾਂ ਦਾ ਜੀਵਨ ਕੀ ਹੈ ਭਲਾ? ਜੀਵਨ ਉਹਨਾਂ ਸਾਡੇ ਸਾਹਮਣੇ ਫਿਰ ਅੱਛਾ ਇਹ ਜਾਊਗਾ ਫਿਰ ਸਾਨੂੰ ਤੇ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਅਸੀਂ ਤਾਂ ਦੋ ਕੁ ਗੱਲਾਂ 'ਚ ਇਹ ਤੋਂ ਗਾਂ ਦੇ ਹਾਂ ਪਿਛਾਂ ਦੇ। ਪਰ ਸਾਡੇ ਕੋਲ ਇੰਨਾ ਹਿੰਮਤ ਨਹੀਂ ਹੁੰਦੀ ਅਸੀਂ ਕਹਿ ਦੇਈਏ ਸਾਡੀ ਟਿਕਟ ਪੱਕੀ ਹੈ, ਹੈ ਨਾ। ਇੱਦਾਂ ਦਾ। ਅਤੇ ਸਾਡਾ ਅੱਜ ਦਾ ਵਿਸ਼ਾ ਇਹੀ ਆ। ਇਹ ਤਾਂ ਮੈਂ ਤੁਹਾਨੂੰ ਗਰਾਊਂਡ 'ਚ ਬਣਾਉਣਾ ਪਿਆ ਪਰ ਟਾਈਮ ਇਹਦੇ 'ਚ ਹੀ ਹੋ ਜਾਣਾ ਮੇਰਾ ਖਿਆਲ, ਤਾਂ ਅਗਲੀ ਵਾਰੀ ਸਿੱਖਾਂਗੇ। ਐਸੀ ਕਿਹੜੀ ਖੂਬੀ ਆ? ਅਸੀਂ ਤਕਰੀਬਨ 13ਵੀਂ ਆਇਤ 'ਤੇ ਪਹੁੰਚ ਗਏ ਹਾਂ, ਯਾਨੀ ਕਿ ਅਸੀਂ ਹੁਣ 11ਵੀਂ ਆਇਤ ਮੰਨ ਲਓ ਦੂਸਰੇ ਸ਼ਬਦਾਂ 11 ਆਇਤਾਂ ਅਸੀਂ ਪੜ੍ਹ ਲਈਆਂ। 11 ਆਇਤਾਂ ਜਿਹੜੀਆਂ ਅਸੀਂ ਪੜ੍ਹੀਆਂ ਆ, ਇਹਨਾਂ 11 ਆਇਤਾਂ ਦੇ ਉੱਤੇ ਜੇ ਅਸੀਂ ਵਿਚਾਰ ਕਰੀਏ ਤਾਂ ਇਹਨਾਂ ਵਿੱਚੋਂ ਕਿਹੜੀ ਗੱਲ ਆ ਜਿਹਨੂੰ ਲੈ ਕੇ ਅਸੀਂ ਦਾਅਵਾ ਕਰਦੇ ਹਾਂ ਵੀ ਸਾਡੀ ਟਿਕਟ ਪੱਕੀ ਆ? ਤੇ ਇਹ ਕੀ ਹੈ ਭਲਾ? ਅਜੇ ਬੁਨਿਆਦੀ ਉਪਦੇਸ਼ ਆ, ਸ਼ੁਰੂਆਤ ਆ ਇਹ। ਤੇ ਇਹਦੇ 11 ਗੱਲਾਂ ਦੇ ਵਿੱਚ ਮੈਨੂੰ ਨਹੀਂ ਲੱਗਦਾ ਸੰਸਾਰ ਦੇ ਵਿੱਚ ਨਾਮੀ ਲੋਕ ਹੀ ਕੋਈ ਗਿਣਤੀ ਦੇ ਹੋਣਗੇ ਜਿਹੜੇ ਇਹਨਾਂ 11 ਗੱਲਾਂ ਜਿਹੜੀਆਂ ਅਸੀਂ ਪੜ੍ਹ ਚੁੱਕੇ ਹਾਂ ਹੁਣ ਤੱਕ ਇਹਨਾਂ ਦੇ ਵਿੱਚ ਹੀ ਪੂਰੇ ਚੱਲਦੇ ਹੋਣ। ਤੇ ਜੇ ਇਹਨਾਂ ਦੇ ਵਿੱਚ ਨਹੀਂ ਚੱਲਦੇ ਤੇ ਇੱਥੇ ਸਾਫ਼ ਕਰਕੇ ਬਾਰ-ਬਾਰ ਲਿਖਿਆ ਗਿਆ ਸਰਗ ਦਾ ਰਾਜ ਉਹਨਾਂ ਦਾ ਆ, ਉਹ ਪਰਮੇਸ਼ਵਰ ਦੇ ਪੁੱਤਰ ਹੋਣਗੇ, ਉਹ ਪਰਮੇਸ਼ਵਰ ਨੂੰ ਦੇਖਣਗੇ ਵਗੈਰਾ ਵਗੈਰਾ, ਹੈ ਨਾ। ਤੇ ਇਹ ਚੀਜ਼ਾਂ ਸਾਡੇ ਵਿੱਚ ਅਸੀਂ ਦੇਖਦੇ ਹਾਂ ਵੀ ਅਜੇ ਤਾਂ ਨਜ਼ਰ ਨਹੀਂ ਆਉਂਦੀਆਂ, ਤੇ ਜਦੋਂ ਨਜ਼ਰ ਨਹੀਂ ਆਉਂਦੀਆਂ ਤੇ ਫਿਰ ਦਾਅਵਾ ਨਹੀਂ ਅਸੀਂ ਕਰ ਸਕਦੇ ਵੀ ਅਸੀਂ ਉਹਦੇ ਰਾਜ ਦੇ ਅਧਿਕਾਰੀ ਹੋਵਾਂਗੇ, ਕਿਉਂਕਿ ਇਹ ਮੁੱਢਲੀ ਸਿੱਖਿਆ ਆ। ਤੇ ਹੁਣ ਵਚਨ ਦੱਸਦਾ ਆ 13ਵੀਂ ਆਇਤ 'ਚ ਆ ਕੇ ਤੁਸੀਂ ਪ੍ਰਿਥਵੀ ਦਾ ਨਮਕ ਹੋ। ਧਰਤੀ ਉੱਤੇ ਤੁਸੀਂ ਕੀ ਹੈ ਭਲਾ? ਨਮਕ ਹੋ। ਨਮਕ ਦੀ ਪਹਿਚਾਣ ਕੀ ਹੁੰਦੀ ਭਲਾ? ਹੋਰ ਬੋਲੋ ਨਮਕ ਦੇ ਉੱਤੇ ਬੋਲੋ ਜਲਦੀ। ਮੈਂ ਤੁਹਾਨੂੰ ਦੱਸਿਆ ਇਹ ਅਸੀਂ ਹੁਣ ਗਹਿਰੇ ਗੁਰੇ ਭੇਤ ਨਹੀਂ ਦੱਸਿਆ ਗਾ ਨੇ। ਹਾਂਜੀ ਜ਼ਿਆਦਾ ਪੈ ਜੇ ਬੇਸਵਾਦ ਆ, ਘੱਟ ਪੈ ਜੇ ਸਵਾਦ ਨਹੀਂ। ਹੋਰ ਹਾਂਜੀ ਨਹੀਂ ਹੋਰ ਨਹੀਂ ਨਮਕ ਦੀਆਂ ਸਾਰੀਆਂ ਖੂਬੀਆਂ ਕਮੀਆਂ ਦੱਸੋ ਨਾ, ਕੀ ਹੁੰਦਾ? ਹਾਂਜੀ ਚਲੋ ਲਿਆਓ ਜੀ ਹੁਣ ਨਮਕ ਇੱਥੇ ਚਿੱਟਾ ਪਿਆ ਚੱਕ ਲਿਆ, ਜਲਦੀ ਕਰੋ ਜੀ, ਆਪਾਂ ਨਾਲ ਟਾਈਮ ਨੂੰ ਕਵਰ ਕਰਨਾ। ਫਟਾਫਟ ਜਿਹੜਾ ਚਿੱਟੇ ਵਾਲਾ ਨਮਕ ਲੈ ਕੇ ਆਓ ਜਲਦੀ। ਥੋੜ੍ਹਾ ਪਾਣੀ ਮੈਂ ਪੀਣਾ ਪਹਿਲਾਂ ਨਮਕ ਪਾਉਣ ਤੋਂ ਪਹਿਲਾਂ। ਚਮਚ ਵੀ ਲਾਈਏ। ਬਾਕੀ ਤਾਂ ਸਾਰਾ ਪਤਾ ਆ ਲੋਕਾਂ ਨੂੰ, ਲੇਕਿਨ ਜਿਹੜੀ ਅਸੀਂ ਚੀਜ਼ ਸਿੱਖਣੀ ਉਹਦੇ 'ਤੇ ਵਿਚਾਰ ਕਰਦੇ ਹਾਂ। ਇਹ ਜ਼ਿਆਦਾ ਮੈਂ ਤਾਂ ਲਿਆ ਕਿਉਂਕਿ ਪਤਾ ਲੱਗੇ ਆ ਲਓ ਇੰਨਾ ਬੜਾ ਪਾਤਾ ਸੀ। ਹਾਂਜੀ ਲਓ ਜੀ ਪਰ ਮਾਰੋ ਤਾਂ ਧਿਆਨ ਦਿਸਦਾ ਪਿਆ ਨਾ ਥੋੜ੍ਹਾ ਜਿਹਾ ਪਾਣੀ ਦੇ ਵਿੱਚ? ਹਾਂਜੀ ਚਲੋ ਅਜੇ ਦਿਸਦਾ ਨਾ? ਆ ਦਿਓ ਜੀ। ਹੁਣ ਦੇਖਦਾ? ਹਾਂਜੀ ਇਹ ਜਿਹੜੀ ਸਭ ਤੋਂ ਜ਼ਬਰਦਸਤ ਜਿਹੜੀ ਚੀਜ਼ ਕੀ ਹੈ ਪਰ ਨਮਕ ਦੀ? ਇਹ ਘੁਲ ਜਾਂਦਾ ਹੈ ਤੇ ਨਜ਼ਰ ਆਉਂਦਾ, ਘੁਲ ਵੀ ਜਾਂਦਾ ਨਜ਼ਰ ਵੀ ਨਹੀਂ ਆਉਂਦਾ ਪਰ ਆਪਣਾ ਸਵਾਦ ਦੇ ਜਾਂਦਾ। ਮਸੀਹੀ ਜੀਵਨ ਕਿੱਦਾਂ ਦਾ ਹੋਣਾ ਚਾਹੀਦਾ ਭਲਾ? ਇਹਨੂੰ ਸਬਜ਼ੀ 'ਚ ਪਾਓ ਤੇ ਨਾ ਘੁਲਦਾ? ਸਬਜ਼ੀ 'ਚ ਨਹੀਂ ਘੁਲਦਾ? ਪਾਣੀ ਦੇ ਵਿੱਚ? ਹਾਂਜੀ ਪਾਣੀ ਦੇ ਵਿੱਚ ਵੀ ਘੁਲ ਜਾਂਦਾ, ਸਬਜ਼ੀ 'ਚ ਵੀ ਘੁਲ ਜਾਂਦਾ, ਹੈ ਨਾ। ਯਾਨੀ ਜੇ ਤੁਸੀਂ ਪਾਣੀ 'ਚ ਪਾਓ ਇਹ ਆਪਣਾ ਇਹਦੀ ਸਭ ਤੋਂ ਖਾਸ ਖੂਬੀ ਵਾਲਾ ਕੀ ਆ?
ਇਹ ਘੁਲ ਜਾਂਦਾ ਤੇ ਨਜ਼ਰ ਆਉਂਦਾ ਨਹੀਂ ਹੈ, ਲੇਕਿਨ ਆਪਣਾ ਸਵਾਦ ਛੱਡ ਜਾਂਦਾ। ਮਸੀਹੀ ਜੀਵਨ ਇਸ ਤਰ੍ਹਾਂ ਦਾ ਜੀਵਨ ਹੋਣਾ ਚਾਹੀਦਾ ਹੈ। ਜੇ ਮਸੀਹੀ ਜੀਵਨ ਸਵਾਦ ਨਹੀਂ ਨਾ ਦਿੰਦਾ ਤੇ ਫਿਰ ਉਰਦੂ ਦਾ ਲਫ਼ਜ਼, ਉਹ ਕਈ ਵਾਰੀ ਲੋਕਾਂ ਨੂੰ ਗਾਲ ਲੱਗਦੀ ਹੁੰਦੀ ਵੀ ਉਰਦੂ ਦਾ ਲਫ਼ਜ਼ ਹੈਗਾ ਜਿੱਦਾਂ ਅਸੀਂ ਕਹਿੰਦੇ ਸਰਾਪ, ਉੱਦਾਂ ਹੈਗਾ ਲਾਹਨਤੀ। ਜੇ ਮਸੀਹੀ ਜੀਵਨ ਸਵਾਦ ਨਾ ਦਵੇ ਤੇ ਫਿਰ ਇਹ ਮਸੀਹੀ ਜੀਵਨ ਕਹਾਉਣ ਦਾ ਹੱਕਦਾਰ ਨਹੀਂ, ਬਲਕਿ ਇਹ ਕੀ ਆ, ਫਿਰ ਇਹ ਲਾਹਨਤੀ ਆ। ਇਹ ਜਿੱਥੇ ਵੀ ਜਾਵੇ ਉਹਦੇ ਵਿੱਚ ਐਸਾ ਘੁਲ ਮਿਲ ਜਾਵੇ ਕਿ ਆਪਣਾ ਸਵਾਦ ਕੀ ਕਰੇ ਭਲਾ ਲੋਕਾਂ ਨੂੰ ਦੇ ਕੇ ਜਾਵੇ। ਤੇ ਜੇ ਸਵਾਦ ਨਹੀਂ ਦਿੰਦਾ ਤੇ ਹੁਣ ਅਸੀਂ ਇਹਦੇ 'ਚ ਪਾਇਆ ਸੀਗਾ ਤੇ ਇਹਨੂੰ ਬਾਅਦ ਪੀਏ ਤੇ ਪਤਾ ਲੱਗੇ ਵੀ ਇਹ ਤੇ ਪਾਣੀ ਆ, ਫਰਕ ਕੋਈ ਪਿਆ ਨਹੀਂ, ਤੇ ਫਿਰ ਉਹਦਾ ਮਤਲਬ ਕੀ ਹੋਇਆ? ਅਸੀਂ ਨਮਕ ਸਮਝ ਕੇ ਪਾਇਆ ਸੀਗਾ, ਦੇਖਣ ਦੇ ਵਿੱਚ ਨਮਕ ਸੀਗਾ ਪਰ ਨਮਕੀਨੀ ਹੈ ਨਹੀਂ ਸੀ। ਕੀ ਸੀ ਭਲਾ? ਦੇਖਣ ਦੇ ਵਿੱਚ ਚੱਕਿਆ ਹੀ ਨਮਕ ਦਾ ਡੱਬਾ ਹੀ ਸੀਗਾ, ਸਮਝ ਕੇ ਵੀ ਨਮਕ ਹੀ ਪਾਇਆ, ਵੀ ਨਮਕ ਸਮਝ ਕੇ ਸੀਗਾ। ਲੇਕਿਨ ਜੇ ਨਮਕ ਵਿੱਚੋਂ ਬਾਅਦ ਵਿੱਚ ਪਤਾ ਨਾ ਲੱਗੇ ਸਵਾਦ ਤੋਂ, ਤੇ ਫਿਰ ਅਸੀਂ ਕੀ ਸਮਝਾਂਗੇ? ਇਹਦੇ ਵਿੱਚ ਨਮਕੀਨੀ ਹੈ ਨਹੀਂ ਸੀ ਨਾ। ਤੇ ਵਚਨ ਕੀ ਦੱਸਦਾ ਆ? ਜੇ ਨਮਕ ਦੇ ਵਿੱਚ ਨਮਕੀਨੀ ਨਾ ਰਵੇ ਤੇ ਫਿਰ ਉਹ ਸਿਰਫ ਔਰ ਸਿਰਫ ਜ਼ਮੀਨ ਦੇ ਉੱਤੇ ਸੁੱਟੇ ਜਾਣ ਦੇ ਲਾਇਕ ਆ ਤੇ ਪੈਰਾਂ ਹੇਠ ਮਿੱਧੇ ਜਾਣ ਦੇ ਲਾਇਕ ਆ। ਤੇ ਹੁਣ ਜਦੋਂ ਤੁਲਨਾ ਮਸੀਹ ਨੇ ਕੀਤੀ ਕਿ ਤੁਸੀਂ ਆ ਧਰਤੀ ਦਾ ਨਮਕ, ਤੇ ਫਿਰ ਇੱਕ ਮਸੀਹੀ ਜੀਵਨ ਦੇ ਲਈ ਸਭ ਤੋਂ ਅਹਿਮ ਗੱਲ ਇਹ ਆ, ਉਹਦੀ ਨਮਕੀਨੀ ਕਦੇ ਵੀ ਉਹਦੇ ਤੋਂ ਅਲੱਗ ਹੋਣੀ ਚਾਹੀਦੀ। ਨਮਕੀਨੀ ਕਦੇ ਅਲੱਗ ਨਹੀਂ ਹੋਣੀ। ਜੇ ਉਹਦੀ ਨਮਕੀਨੀ ਅਲੱਗ ਹੁੰਦੀ ਆ ਤੇ ਫਿਰ ਉਹ ਧਰਤੀ ਦਾ ਨਮਕ ਨਹੀਂ ਹੈ, ਉਹਦਾ ਮਸੀਹ ਦੇ ਨਾਲ ਕੋਈ ਵਾਸਤਾ ਵੀ ਨਹੀਂ ਹੈ। ਤੇ ਨਮਕ ਨੂੰ ਜਦੋਂ ਅਸੀਂ ਵਚਨ 'ਚ ਦੇਖਦੇ ਹਾਂ ਤੇ ਇੱਕ ਨਮਕ ਐਸਾ ਵੀ ਸੀਗਾ ਵਚਨ ਦੇ ਵਿੱਚ ਵੀ ਲੂਤ ਨੂੰ ਕਿਹਾ ਸੀ ਵੀ ਭੱਜ ਜਾਓ ਪਹਾੜ ਵਾਲੇ ਪਾਸੇ ਨੂੰ ਤੇ ਪਿੱਛੇ ਮੁੜ ਕੇ ਨਾ ਦੇਖਿਓ। ਤੇ ਉਹਦੀ ਘਰਵਾਲੀ ਜਿਹੜੀ ਸੀਗੀ, ਜਦੋਂ ਆਕਾਸ਼ ਤੋਂ ਅੱਗ ਡਿੱਗੀ ਉਸ ਨਗਰ ਦੇ ਉੱਤੇ, ਤੇ ਉਹਦੀ ਘਰਵਾਲੀ ਨੇ ਪਿੱਛੇ ਮੁੜ ਕੇ ਦੇਖਿਆ ਸੀ। ਅੱਜ ਤੇ ਹੈ ਨਹੀਂ ਉਹ। ਹਾਂਜੀ, ਵਚਨ 'ਚ ਕੀ ਲਿਖਿਆ ਭਲਾ? ਉਹ ਕੀ ਬਣ ਗਈ? ਉਹਨੂੰ ਤੋੜ ਕੇ ਸਾਇੰਟਿਸਟ ਦੇਖਣਗੇ ਨਾ, ਚੈੱਕ ਕਰਨਗੇ, ਤੇ ਉਹਦੇ ਵਿੱਚ ਜਿਹੜਾ ਨਮਕ ਵਾਲਾ ਸਿਸਟਮ ਪਤਾ ਲੱਗੂਗਾ, ਉਹਦੇ ਸਾਰੇ ਜੋ ਵੀ ਹੈਗੇ ਕੈਮੀਕਲ ਵਗੈਰਾ, ਹਨਾ। ਉਹ ਬਣ ਗਈ ਨਮਕ ਦਾ ਥੰਮ। ਕਿੰਨੇ ਹਜ਼ਾਰ ਸਾਲ ਪਹਿਲਾਂ? ਲਗਭਗ ਮੰਨ ਕੇ ਚੱਲੀਏ ਵੀ ਕੋਈ 3,500-4,000 ਸਾਲ ਪਹਿਲਾਂ। ਹਾਂਜੀ, ਇਹ ਵਾਕਿਆ ਹੋਇਆ। ਅੱਜ ਵੀ ਉੱਥੇ ਉਦਾਂ ਹੀ ਆ। ਹਾਂਜੀ, ਵਚਨ 'ਚ ਲਿਖਿਆ ਨਾ, ਨਮਕ ਦਾ ਥੰਮ ਬਣੀ ਸੀ ਨਮਕ ਦਾ ਥੰਮ। ਲੇਕਿਨ ਕਿੱਦਾਂ ਆ ਭਲਾ? ਅੱਜ ਵੀ ਉਹਦਾ ਬਾਰਿਸ਼ ਬੁਰਸ਼ ਉੱਤੇ ਨਹੀਂ ਪੈਂਦੀ ਹੋਊਗੀ। ਹੈਗੀ ਨਮਕ ਦਾ ਥੰਮ ਆ, ਪਰ ਲਾਹਨਤੀ ਆ। ਹੁਣ ਕਿਸੇ ਕੰਮ ਦੀ ਇਹ ਨਾ ਤੇ ਖੋਰੀ ਸਕਦੀ ਹੈ, ਪਰ ਦੁਨੀਆ ਦੇ ਲਈ ਇੱਕ ਨਿਸ਼ਾਨ ਠਹਿਰ ਗਈ। ਕਿਧਰੇ ਇੱਦਾਂ ਦਾ ਨਾ ਹੋਵੇ ਵੀ ਅਸੀਂ ਵੀ ਲੂਤ ਦੀ ਬੀਵੀ ਦੀ ਤਰ੍ਹਾਂ ਉਹ ਲਾਹਨਤੀ ਥੰਮ ਬਣ ਕੇ ਰਹਿ ਜੀ, ਜਿਹੜੇ ਉੱਤੇ ਪਾਣੀ ਪਵੇ ਤੇ ਖੁਰੇ ਵੀ ਨਾ। ਹਾਂਜੀ, ਤੇ ਕਿਸੇ ਕੰਮ ਦੀ ਵੀ ਉਹਨਾਂ ਦੇ ਲਾਗੇ ਕਿਸੇ ਨੇ ਘਰ ਬਣਾਇਆ ਹੋਵੇ ਤੇ ਨਮਕ ਘਰੋਂ ਖਤਮ ਹੋਏ ਤਾਂ ਕਹੇ ਜਾਓ ਲੂਤ ਦੀ ਬੀਬੀ ਨਾਲ ਲਾ ਲਿਆਓ। ਹਾਂਜੀ, ਲੂਤ ਦੀ ਬੀਬੀ ਨਾਲ ਥੋੜਾ ਜਿਹਾ ਲਾ ਲਿਆਓ, ਬਾਅਦ ਫੇਰ ਜਾ ਕੇ ਜੋੜ ਦੇਵਾਂਗੇ, ਹਨਾ। ਤੇ ਮੇਰਾ ਖਿਆਲ ਹੈ ਵੀ ਕੋਈ ਜਿਹੜਾ ਗੈਰਤਮੰਦ ਬੰਦਾ ਆ ਉਹ ਨਮਕ ਤੋਂ ਬਿਨਾਂ ਤੇ ਖਾ ਲੂਗਾ, ਪਰ ਉਹਦੇ ਤੋਂ ਲਾ ਕੇ ਲਿਆਊਗਾ। ਕਿਉਂ? ਕੀ ਹੈ ਭਲਾ? ਟੇਸਟ ਹੋ ਸਕਦਾ ਉਹਦੇ 'ਚ ਨਮਕ ਵਾਲਾ, ਕਿਉਂਕਿ ਲਿਖਿਆ ਵੀ ਨਮਕ ਦਾ ਥੰਮ ਬਣੀ ਹੈ। ਲੇਕਿਨ ਐਸੀ ਲਾਹਨਤੀ ਆ ਵੀ ਉਹ ਨਮਕ ਹੁਣ ਕਿਸੇ ਵੀ ਕੰਮ ਦਾ ਨਹੀਂ। ਤੇ ਜਿਹੜਾ ਨਮਕ ਕਿਸੇ ਕੰਮ ਦਾ ਨਾ ਰਵੇ, ਉਹ ਨੂਹਾ ਦੇ ਜ਼ਮਾਨੇ 'ਚ ਪਰਮੇਸ਼ਵਰ ਨੇ ਫਿਰ ਪਾਣੀ 'ਚ ਹੀ ਖੋੜ ਦਿੱਤਾ ਸਾਰਾ। ਜੇ ਸਦੋਮ ਅਮੂਰਾ ਦਾ ਨਮਕ ਕੰਮ ਦਾ ਨਾ ਰਿਹਾ ਤੇ ਅੱਗ ਦੇ ਵਿੱਚ ਸਾੜ ਦਿੱਤਾ, ਤੇ ਨੂਹ ਦੇ ਜ਼ਮਾਨੇ ਵਿੱਚ ਪਾਣੀ ਦੇ ਵਿੱਚ ਡੁਬੋ ਦਿੱਤਾ। ਕਿਉਂ? ਕਿਉਂਕਿ ਉਹਨਾਂ ਨੇ ਉਸ ਨਮਕੀਨੀ ਨੂੰ ਆਪਣੇ ਵਿੱਚ ਨਹੀਂ ਦਿਖਾਇਆ ਜਿਹੜੀ ਪਰਮੇਸ਼ਵਰ ਚਾਹੁੰਦਾ ਸੀ। ਤੇ ਇਹ ਮੁਬਾਰਕ ਗੱਲ ਆ ਕਿ ਪਰਮੇਸ਼ਵਰ ਨੇ ਸਾਨੂੰ ਇਹ ਪਦਵੀ ਦਿੱਤੀ ਹੈ ਕਿ ਤੁਸੀਂ ਕੀ ਹੋ? ਪਰਮੇਸ਼ਵਰ ਨੇ ਕਿਹਾ ਤੁਸੀਂ ਧਰਤੀ ਦਾ ਕੀ ਹੋ? नमक हो। यदि नमक का स्वाद बिगड़ जाए तो वह फिर किस वस्तु से नमकीन
किया जाएगा। सवाल आ, ऐसी कोई तकनीक साइंस दे कोल है नहीं गी, क्योंकि वचन नूं रद्द नहीं किया जा सकता। जिस नमक दे विचों नमकीनी निकल गई उन्होंने दोबारा किसी भी कीमत उत्ते नमकीना किया जा सकता नहीं आ। फिर वह किसी काम का नहीं, ये हशर आ साडा। अगर मसीह दे विच साडे विच नमकीनी नहीं है फिर असी किसी भी काम दे नहीं है, केवल इसके कि बाहर फेंका जाए और मनुष्यों के पैरों तले रौंद दिया जाए। तो इस तो पहला साडे उत्ते वो बुरे दिन आउण, सानूं चाहीदा कि असी एक नेक फैसला लैके वैसी नमकीनी अपने विच लैके चलीए जैसी नमकीनी की उम्मीद साडे तो रखदा आ। मत्ती 5:14 च लिखिया, दूसरी पदवी सानूं दिंदा, तुसी जगत दी ज्योति हो। की हो भला? रोशनी हो तुसी, जगत दा नूर हो तुसी। जो नगर पहाड़ पर बसा हुआ वह छिपा नहीं रह सकता। रोशनी की खूबी भला की है? रोशनी नूं कमरे विच बंद किया है तां भी अपनी जिहड़ी रोशनी वो दिन बंद हुंदी नहीं है ना। ये भावें तुसीं बाहर इहनूं गड्डी स्टार्ट करके तो लाइट जगा दो तो रोशनी तो दे रही ना, वो अपनी रोशनी हैगी आ। बेशक उस तो वड्डी एक रोशनी होवे लेकिन रोशनी जिन्नी भी हैगी वो अपनी रोशनी दिंदी है। तुसीं कहंदे जगत दी ज्योति हो, जो नगर पहाड़ पर बसा हुआ है वह छिपा नहीं रह सकता। तो हुण खुदा ने सानूं की भला पदवी दित्ती है? ज्योति दी। ते सानूं ज्योति बनाया काहदे लई? हाँ जी, राज नाल विआह करन लई। हाँ जी, ज्योति काहदे लई बनाया? हाँ जी, नमक बनाया कि लोग साडा स्वाद लैण। हाँ जी, तो ज्योति बनाया ताकि जिहड़े हनेरे दे विच उहनां नूं राह नज़र आ सके। ते जे साडे जीवन तो जे वो बेचारे राह लभदे भी होण ते राह नज़र ही ना आवे तो फिर मेरे ख्याल दे नाल फिर वो शब्द आ जांदा भी साडे तो वड्डा लानती फिर कोई नहीं है। तुम जगत की ज्योति हो, जो नगर पर पहाड़ बसा हुआ है वह छिपा रह सकता नहीं। सो इहदा मतलब की है? पहला तो उदाहरण दित्ती है कि तुसी ज्योति हो, फिर नाल उदाहरण देती पहाड़ ते बसिया होया घर जिहड़ा छुपिया रह सकदा। जिद्दां पहाड़ ते बसिया घर दूरों नज़र आउंदा ना, उस तरह जिन्हों परमेश्वर ने रोशनी बनाया है वो भी दूरों नज़र आता है। तो रोशनी की एक खासियत आ, सूरज सवेरे चढ़ के रौला नहीं पाउंदा, कोई साउंड नहीं आता साडे कन्नां दे विच, सूरज चढ़िया मैं आ गया देखो। हाँ जी, वो पहचान भला की है? उहदियां किरनां जदों रोशनी नूं लैके आउंदियां तो पता लग जाता सूरज चढ़ने वाला है। हाँ जी, की हुंदा भला? सूरज चढ़ने वाला, वो पहचान है। कहना तुसी जगत दा नूर हो, तो यही फिर पहचान की होनी चाहिए भला? ये भी जिधरों जिधरों दी जावे तो लोगों नूं रोशनी बनता। जे तो लोगों नूं रोशनी बनता जाता है तो फिर तो ये वाकई वो ज्योति है जिन्हों कहता भी मैं बनाया तुहानूं, तुसी जगत दा की हो? ज्योति हो। तो जे ये ज्योति नहीं बिखेरदा, हाँ जी, जा रहा से ना अलीशा, लिखिया शुनेम दे विचों दी होके गुजर रहा सी। उत्थे एक मन्नी दन्नी हुई औरत सी, उन्हें लिखिया उन्होंने अपने घर दे विच बुलाया। पहले दिन ही नहीं कि निकल रहा सी तो बुला लिया, पहले दिन नहीं बुलाया उन्हें। वो अक्सर उस नगर दे विच जांदा सी, अक्सर जांदा सी। तो की उन्हें पहले दिन ही बुला लिया जी? हाँ जी, वचन पढ़ लेने ताकि समझिए गल नूं, फिर असीं दुआ करते हैं। दूसरा राजा ਉਹਦਾ 4 ਅਧਿਆਏ ਉਹਦੀ 8 ਆਇਤ। ਹਾਂਜੀ, ਇੱਕ ਦਿਨ ਐਉਂ ਹੋਇਆ ਭਈ ਅਲੀਸ਼ਾ ਸ਼ੁਨੇਮ ਵੱਲੋਂ ਦੀ ਹੋ ਕੇ ਲੰਘਿਆ। ਇੱਕ ਦਿਨ ਇਉਂ ਹੋਇਆ ਭਈ ਅਲੀਸ਼ਾ ਸ਼ੁਨੇਮ ਵੱਲੋਂ ਦੀ ਹੋ ਕੇ ਲੰਘਿਆ। ਇਹ ਨਹੀਂ ਲਿਖਿਆ ਪਹਿਲੀ ਵਾਰੀ ਸ਼ੁਨੇਮ ਦੇ ਵੱਲੋਂ ਦੀ ਹੋ ਕੇ ਲੰਘਿਆ ਨਾ। ਅਸੀਂ ਇੱਕ ਗੱਲ ਤੇ ਜ਼ੋਰ ਦੇਣਾ, ਸਿਰਫ ਉਸ ਤੋਂ ਬਾਅਦ ਦੁਆ ਕਰਨੀ ਹੈ। ਕੋਈ ਇੱਥੇ ਸਵਾਲ ਕਰ ਸਕਦਾ ਤੁਹਾਨੂੰ ਕਿੱਦਾਂ ਪਤਾ भी पहली बारी गया सी या पहला भी जाता है ना? क्योंकि इत्थे तो की लिखा एक दिन वो शनेम विचों दी, हाँ जी, एक दिन वो शनेम दे विचों दी होके लंघिया। ये नहीं लिखा पहली बार लंघिया है ना। अगे पढ़ो फिर भी पहली बार लंघिया कि दूजी बारी लंघिया। जिथे एक मन्नी दन्नी इस्त्री सी
ਇਹ ਉਹ ਨਗਰ ਆ ਜਿੱਥੇ ਇੱਕ ਮੰਨੀ ਦੰਨੀ ਹੋਈ ਇਸਤਰੀ ਸੀ ਨਾ। ਮੰਨੀ ਦੰਨੀ ਹੋਈ ਦਾ ਭਾਵ ਕੀ ਸੀਗੀ? ਜਿੱਦਾਂ ਪ੍ਰਧਾਨਾਂ ਨਹੀਂ ਆਉਂਦੀਆਂ, ਜਿੱਦਾਂ ਮਹੱਲੇ ਦੀਆਂ ਪ੍ਰਧਾਨਾਂ ਨਹੀਂ ਆਉਂਦੀਆਂ, ਮੰਨੀ ਦੰਨੀ ਔਰਤ ਦਾ ਮਤਲਬ ਹੈਗਾ ਉਸ ਨਗਰ ਦੀ ਸਭ ਤੋਂ ਇੱਜ਼ਤਦਾਰ ਔਰਤ ਸੀ। ਇਹਦਾ ਘਰਾਣਾ ਇਹਦੇ ਨਾਮ ਤੋਂ ਜਾਣਿਆ ਜਾਂਦਾ ਸੀ। ਬਹੁਤ ਸਾਰੀਆਂ ਐਸੀਆਂ ਔਰਤਾਂ ਨੂੰ ਮੈਂ ਆਪਣੇ ਜੀਵਨ 'ਚ ਜਾਣਦਾ ਹਾਂ ਜਿਨ੍ਹਾਂ ਦੇ ਘਰਾਣੇ ਉਹਨਾਂ ਦੇ ਨਾਂ ਤੋਂ ਜਾਣੇ ਗਏ। ਅਸਲ ਵਿੱਚ ਘਰਾਣਾ ਜਿਹੜਾ ਮਰਦ ਤੋਂ ਜਾਣਿਆ ਜਾਂਦਾ ਹੁੰਦਾ, ਲੇਕਿਨ ਇਸ ਔਰਤ ਦੀ ਪਹਿਚਾਣ ਭਲਾ ਕੀ ਸੀ? ਇਹਦਾ ਘਰਾਣਾ ਕਿੱਥੋਂ ਜਾਣਿਆ ਜਾਂਦਾ ਸੀ? ਇਸ ਔਰਤ ਤੋਂ ਇਸ ਘਰਾਣੇ ਦੀ ਪਹਿਚਾਣ ਸੀ। ਔਰ ਇਹ ਇੱਕ ਐਡੀ ਜ਼ਬਰਦਸਤ ਔਰਤ ਸੀਗੀ ਵੀ ਇਹਦਾ ਬੰਦਾ ਵੀ ਇਹਦੇ ਪੁੱਛੇ ਤੋਂ ਬਿਨਾਂ ਹਿਲਦਾ ਹੁਲਦਾ ਨਹੀਂ ਸੀ। ਹਾਂਜੀ, ਪੜਾਂਗੇ ਜੀ ਅੱਗੇ ਇਹਦੀ ਖੂਬੀ ਕੀ ਸੀ। ਹਾਂਜੀ, ਉਹਨੇ ਉਹਨੂੰ ਰੋਟੀ ਖਾਣ ਦੇ ਲਈ ਮਜਬੂਰ ਕੀਤਾ। ਹਾਂਜੀ, ਹਾਂਜੀ, ਰੋਟੀ ਖਾਣ ਦੇ ਲਈ ਉੱਥੇ ਮੁੜ ਪੈਂਦੇ। ਬਸ ਛੱਡ ਦੇਵਾਂਗੇ ਇਹਨੂੰ ਕਿਉਂਕਿ ਅਸੀਂ ਬੜੀ ਵਾਰੀ ਇਹਦੇ ਉੱਤੇ ਸਿੱਖ ਚੁੱਕੇ ਹਾਂ। ਸਿਰਫ ਇੱਕ ਗੱਲ ਨੂੰ ਅਸੀਂ ਸਮਝਣਾ ਹੈ, ਅਲੀਸ਼ਾ ਉਸ ਨਗਰ ਦੇ ਵਿੱਚੋਂ ਦੀ ਹੋ ਕੇ ਗੁਜ਼ਰਿਆ ਆ। ਉੱਥੇ ਇੱਕ ਮੰਨੀ ਦੰਨੀ ਹੋਈ ਔਰਤ ਆ। ਇਸ ਔਰਤ ਨੇ ਇਹਨੂੰ ਇੱਦਾਂ ਹੀ ਨਹੀਂ ਘਰ ਬੁਲਾ ਲਿਆ। ਕਿਉਂਕਿ ਇਹਦੀ ਖੂਬੀ ਕੀ ਹੈ? ਮੰਨੀ ਦੰਨੀ ਹੋਈ ਔਰਤ ਆ, ਪਰਖੀ ਔਰਤ ਆ, ਸਮਝਦਾਰ ਔਰਤ ਆ। ਅਤੇ ਇਹ ਐਵੇਂ ਕਿਵੇਂ ਕਿਸੇ ਨੂੰ ਆਪਣੇ ਘਰ ਬੁਲਾ ਵੀ ਸਕਦੀ ਨਹੀਂ ਆ। ਅਤੇ ਖਾਸ ਕਰਕੇ ਜਦੋਂ ਇਹਨੇ ਉਹਨੂੰ ਬੁਲਾਇਆ ਨਾ, ਅਤੇ ਉਹਦਾ ਪਤੀ ਘਰ ਨਹੀਂ ਗਾ। ਪਤੀ ਉਹਦਾ ਘਰ ਨਹੀਂ ਗਾ, ਅਤੇ ਇਹਦਾ ਮਤਲਬ ਇਹ ਆ ਵੀ ਉਸ ਔਰਤ ਨੂੰ ਕੌਨਫੀਡੈਂਸ ਆ ਕਿ ਅਗਰ ਮੇਰਾ ਪਤੀ ਆ ਵੀ ਜਾਵੇ ਤਾਂ ਉਹ ਇਸ ਚੀਜ਼ ਦਾ ਕੋਈ ਇਤਰਾਜ਼ ਨਹੀਂ ਕਰੂਗਾ। ਤੂੰ ਇਸ ਅਣਜਾਣ ਬੰਦੇ ਨੂੰ ਆਪਣੇ ਘਰ ਦੇ ਵਿੱਚ ਕਿੱਦਾਂ ਬੁਲਾ ਲਿਆ? ਕਿਉਂਕਿ ਵਿਸ਼ਵਾਸ ਜਿੱਤੀ ਹੋਈ ਔਰਤ ਆ। ਲੇਕਿਨ ਸਾਡਾ ਜਿਹੜਾ ਨਿਸ਼ਾਨਾ ਹੋਇਆ ਇਸ ਟਾਈਮ ਔਰਤ ਨਹੀਂ ਗੀ, ਉਹ ਅਲੀਸ਼ਾ ਆ। ਉਹ ਨਮਕ ਜਿਹੜਾ ਉਸ ਨਗਰ ਦੇ ਵਿੱਚੋਂ ਦੀ ਨਿਕਲਿਆ ਹੈ, ਉਹ ਜੋਤੀ ਜਿਹੜੀ ਉਸ ਨਗਰ ਦੇ ਵਿੱਚੋਂ ਦੀ ਨਿਕਲ ਰਹੀ ਆ। ਸਾਡਾ ਜਿਹੜਾ ਧਿਆਨ ਕੇਂਦਰਿਤ ਜਿਹੜਾ ਕਰਨਾ ਸੀ ਉਹਦੇ ਉੱਤੇ ਕਰਨਾ ਹੈ ਵੀ ਉਸ ਮੰਨੀ ਦੰਨੀ ਹੋਈ ਔਰਤ ਨੇ ਇਹਨੂੰ ਆਪਣੇ ਘਰ ਬੁਲਾਇਆ ਆ। ਅਤੇ ਕਿਉਂ ਬੁਲਾਇਆ ਆ? ਕਿਉਂਕਿ ਇਹ ਐਵੇਂ ਔਰਤਾਂ ਵਿੱਚੋਂ ਨਹੀਂ ਹੈ ਜਿਹੜੀਆਂ ਐਵੇਂ ਜਾ ਕੇ ਬਾਬਿਆਂ ਦੇ ਚੌਂਕੀਆਂ ਭਰਨ ਲੱਗ ਪੈਂਦੀਆਂ, ਸਿਰ ਲਾਉਣ ਲੱਗ ਪੈਂਦੀਆਂ, ਮੇਰੇ ਭੂਤ ਆ ਗਏ, ਮੇਰਾ ਫਲਾਨਾ ਹੋ ਗਿਆ, ਢਵਾਨਾ ਹੋ ਗਿਆ ਨਾ। ਇਹ ਇੱਦਾਂ ਦੀ ਔਰਤ ਕੀ? ਜਾਣੀ ਮਾਣੀ ਹੋਈ ਔਰਤ ਆ, ਪਰਖੀ ਔਰਤ ਆ। ਅਤੇ ਇਹਨੇ ਜਦੋਂ ਉਸ ਖੁਦਾ ਦੇ ਦਾਸ ਨੂੰ ਦੇਖਿਆ ਨਾ, ਜਿਹੜਾ ਉਸ ਨਗਰ ਦੇ ਵਿੱਚੋਂ ਦੀ ਹੋ ਕੇ ਗੁਜ਼ਰ ਰਿਹਾ ਹੈ, ਇਹਨੂੰ ਪਤਾ ਲੱਗ ਗਿਆ ਹੈ ਵੀ ਇਹ ਇਸ ਲਾਇਕ ਹੈਗਾ ਹੈ ਵੀ ਇਹਨੂੰ ਘਰ ਵਿੱਚ ਬੁਲਾਇਆ ਜਾਵੇ। ਹਾਂਜੀ, ਇਹ ਇਸ ਲਾਇਕ ਹੈ। ਕਹਿੰਦਾ ਤੁਸੀਂ ਜਗਤ ਦਾ ਚਾਨਣ ਹੋ। ਜਿਹੜਾ ਪਹਾੜ ਨਗਰ 'ਤੇ ਵਸਿਆ ਹੋਇਆ ਨਾ, ਛੁਪਿਆ ਨਹੀਂ ਰਹਿੰਦਾ। ਅਤੇ ਜੇ ਅਸੀਂ ਵੀ ਕਹਿੰਦੇ ਹਾਂ ਵੀ ਅਸੀਂ ਮਸੀਹ ਦੇ ਵਿੱਚ ਹਾਂ, ਮਸੀਹ ਦੇ ਵਿੱਚ ਮਤਲਬ ਮਸੀਹ ਵਾਲਾ ਜੀਵਨ, ਅਤੇ ਫਿਰ ਸਾਡਾ ਜਿਹੜਾ ਵੀ ਸਿਸਟਮ ਇੱਦਾਂ ਦਾ ਹੋਣਾ ਚਾਹੀਦਾ ਆ ਕਿ ਜਿੱਥੇ ਵੀ ਅਸੀਂ ਗੁਜ਼ਰੀਏ, ਸਾਡਾ ਸਿਰਫ ਵਚਨ ਸੁਣਾਉਣਾ ਹੀ ਲੋਕਾਂ ਦੇ ਉੱਤੇ ਛਾਪ ਨਾ ਲਾਵੇ ਕਿ ਅਸੀਂ ਉਹਦੇ ਸੇਵਕ ਹਾਂ, ਬਲਕਿ ਸਾਡਾ ਚਾਲ ਚੱਲਣ ਲੋਕਾਂ ਦੇ ਵਿੱਚ ਸਿੱਧ ਕਰੇ ਕਿ ਅਸੀਂ ਕੀ ਹਾਂ ਭਲਾ? ਜਗਤ ਦੀ ਜੋਤੀ। ਜੇ ਸਾਡਾ ਚਾਲ ਚੱਲਣ ਬਿਆਨ ਕਰਦਾ ਵੀ ਸਾਨੂੰ ਜ਼ਿਆਦਾ ਵਚਨ ਨੂੰ ਸੁਣਾਉਣ ਦੀ ਵੀ ਜ਼ਰੂਰਤ ਨਹੀਂ ਪੈਂਦੀ। ਕਿਉਂਕਿ ਸਾਡਾ ਚਾਲ ਚੱਲਣ ਹੀ ਵਚਨ ਬਣ ਜਾਂਦਾ ਹੈ। ਕਿਉਂਕਿ ਸਾਡੇ ਚਾਲ ਚੱਲਣ ਨੂੰ ਸੁਧਾਰਿਆ ਕਹਿੰਦੇ ਆ, ਖੁਦਾ ਦੇ ਇਸ ਵਚਨ ਨੇ ਸੁਧਾਰਿਆ ਹੈ। ਅਤੇ ਫਿਰ ਵਚਨ ਘੱਟ ਅਤੇ ਜ਼ਿੰਦਗੀ ਜ਼ਿਆਦਾ ਬਿਆਨ ਹੋਣ ਲੱਗ ਪੈਂਦੀ ਹੈ, ਅਤੇ ਫਿਰ ਤੁਹਾਡਾ ਜੀਵਨ ਹੀ ਉਹਦਾ ਵਚਨ ਬਣ ਜਾਂਦਾ। ਕਹਿੰਦਾ ਹੁਣ ਪਰਮੇਸ਼ਰ ਦੀਆਂ ਜਿਉਂਦੀਆਂ ਚਿੱਠੀਆਂ ਤੁਸੀਂ ਹੋ। ਹਾਂਜੀ, ਇਹ ਕਲਾਮ ਜਿਹੜਾ ਨਾ ਉਹ ਪਲੂਸ ਕਹਿੰਦਾ ਅਸੀਂ ਆਪਣੇ ਹਿਰਦਿਆਂ ਉੱਤੇ ਲਿਖਿਆ ਹੋਇਆ ਹੁਣ ਦਿਖਾਲਦੇ ਹਾਂ। ਅਤੇ ਇਹ ਜਿਹੜਾ ਜੀਵਨ ਹੈ ਇਹਨੂੰ ਮਸੀਹੀ ਜੀਵਨ ਕਿਹਾ ਜਾਂਦਾ। ਜੋਤੀ ਆ ਕਹਿੰਦਾ ਜਗਤ ਦੀ ਤੁਸੀਂ। ਅਤੇ ਅਲੀਸ਼ਾ ਦੇ ਉੱਤੇ ਅਸੀਂ ਵਿਚਾਰ ਕੀਤਾ ਵੀ ਉਹ ਜਦੋਂ ਉੱਥੋਂ ਦੀ ਲੰਘਿਆ ਨਾ, ਅਤੇ ਉਸ ਔਰਤ ਨੇ ਉਹਨੂੰ ਆਪਣੇ ਘਰ ਬੁਲਾਇਆ। ਅਤੇ ਫਿਰ ਲਿਖਿਆ ਵੀ ਜਦ ਕਦੇ ਉਹ ਲੰਘਦਾ ਸੀ ਅਤੇ ਉਹ ਰੋਟੀ ਖਾਣ ਦੇ ਲਈ ਕਿੱਥੇ ਜਾਂਦਾ ਸੀ? ਕੋ ਲੈ ਕੇ ਜਾਂਦੀ ਸੀ। ਪੜ੍ਹ ਲਓ ਇੱਕ ਵਾਰੀ ਫਿਰ। ਕੀ ਕੀਤਾ ਭਲਾ? ਉਹ ਰੋਟੀ ਖਾਂਦਾ ਜਦ ਭੁੱਖਾ ਨਹੀਂ ਸੀ ਵੀ ਉਹਦੇ ਘਰ 'ਚ ਚਲੇ ਗਿਆ ਵੀ ਬੀਬਾ ਰੋਟੀ ਖਿਲਾ ਦਿਓ। ਉਹਨੇ ਕੀ ਕੀਤਾ ਭਲਾ? ਮਜਬੂਰ ਕੀਤਾ। ਇਹਦਾ ਮਤਲਬ ਇਸ ਔਰਤ ਨੂੰ ਇਹ ਵੀ ਪਤਾ ਵੀ ਸੰਤਾਂ ਨੂੰ ਖਾਣਾ ਖੁਣਾ ਖਿਲਾਉਣ ਦੇ ਨਾਲ ਵੀ ਆਸ਼ੀਸ਼ ਬਰਕਤ ਮਿਲਦੀ ਆ। ਆਸ਼ੀਸ਼ ਬਰਕਤ ਦਾ ਮਤਲਬ ਉਹ ਬਰਕਤਾਂ ਬਹੁਤ ਆ ਜਿਸਮਾਨੀ, ਮਤਲਬ ਖੁਦਾ ਦੀ ਨਜ਼ਰ ਦੇ ਵਿੱਚ ਜਿਹੜੀਆਂ ਬਰਕਤਾਂ ਦੀ ਅਸੀਂ ਗੱਲ ਕਰ ਰਹੇ, ਉਸ ਗੱਲ ਨੂੰ ਉਹ ਗ੍ਰਹਿਣ ਕਰਨਾ ਚਾਹੁੰਦੀ। ਬਾਕੀ ਸਭ ਕੁਛ ਹੁੰਦਾ ਕਿਉਂਕਿ ਪਹਿਲਾਂ ਹੀ ਮੰਨੀ ਦੰਨੀ ਹੋਈ, ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਗਈ। ਅੱਗੇ ਜਾ ਕੇ ਪੜ੍ਹਦੇ ਨਾ ਵੀ ਕਿੱਦਾਂ ਉਹਨੇ ਉਹਦੇ ਲਈ ਸਭ ਕੁਛ ਹੀ ਵੱਖਰਾ ਕਰ ਦਿੱਤਾ। ਅਤੇ ਦੇਖੋ ਇੱਥੇ ਅਗਲੀ ਲਾਈਨ ਪੜ੍ਹ ਦੇਵਾਂਗੇ। ਫਿਰ ਐਂ ਹੋਇਆ ਜਦ ਕਦੀ
ਜਦ ਕਦੇ ਲੰਘਦਾ ਸੀ ਤੇ ਫਿਰ ਰੋਟੀ ਖਾਣ ਲਈ ਕਿੱਧਰ ਜਾਂਦਾ ਸੀ? ਦੁਬਾਰਾ ਨਹੀਂ ਲੈਣ ਗਈ ਹੈ ਨਾ। ਪਹਿਲੀ ਵਾਰੀ ਉਹਨੂੰ ਮਜਬੂਰ ਕਰ ਦਿੱਤਾ ਪਰ ਦੁਬਾਰਾ ਲੈਣ ਨਹੀਂ ਗਈ। ਇਹਨਾਂ ਦੋਨਾਂ ਦੇ ਜੀਵਨ ਤੋਂ ਇੱਕ ਗੱਲ ਸਾਡੇ ਸਾਹਮਣੇ ਪ੍ਰਗਟ ਹੁੰਦੀ ਹੈ, ਦੋਨੇ ਹੀ ਇੱਕ ਧਾਰਮਿਕਤਾ ਦਾ ਜੀਵਨ ਜੀਣ ਵਾਲੇ ਆ ਤੇ ਦੋਨਾਂ ਨੂੰ ਪਹਿਚਾਣ ਆ। ਅਲੀਸ਼ਾ ਨੂੰ ਇੱਕ ਧਾਰਮਿਕ ਇਮਾਨਦਾਰ ਔਰਤ ਦੀ ਪਹਿਚਾਣ ਆ ਤੇ ਔਰਤ ਨੂੰ ਇੱਕ ਸੰਤ ਦੀ ਪਹਿਚਾਣ ਆ। ਹਾਂਜੀ, ਅਸੀਂ ਤਾਂ ਐਵੇਂ ਜਿਹੜਾ ਵੀ ਆਇਆ ਆ ਜਾਓ ਜੀ ਸਾਡੇ ਘਰ ਆ ਜਾਓ ਜੀ, ਤੁਸੀਂ ਆ ਜਾਓ ਜੀ, ਸੰਤ ਹੀ ਹੋਣਾ ਜਿਹਦੇ ਹੱਥ 'ਚ ਬਾਈਬਲ ਆ ਹੈ ਨਾ। ਬਾਅਦ 'ਚ ਫਿਰ ਅਖਬਾਰ 'ਚ ਪੜ੍ਹਦੇ ਹਾਂ ਉਹ ਜੀ ਉਹਦੀ ਜਨਾਨੀ ਲੈ ਕੇ ਭੱਜ ਗਿਆ ਜਿਹੜਾ ਬਾਈਬਲ ਲੈ ਕੇ ਆਇਆ ਸੀ ਹੈ ਨਾ। ਫਿਰ ਪਤਾ ਲੱਗਦਾ ਇਹ ਤਾਂ ਕੰਮ ਖਤਰਨਾਕ ਹੈ ਨਾ, ਇਹ ਤਾਂ ਕੰਮ ਹੀ ਗਲਤ ਹੋ ਗਿਆ, ਸੰਤ ਪਛਾਣਿਆ ਨਹੀਂ ਗਿਆ ਹੈ ਨਾ। ਲੇਕਿਨ ਇਹ ਔਰਤ ਤੇ ਇਸ ਸੰਤ ਦੀ ਖੂਬੀ ਕੀ ਆ, ਸੰਤ ਵੀ ਐਵੇਂ ਕਿਸੇ ਦੇ ਘਰ 'ਚ ਨਹੀਂ ਜਾਂਦਾ ਤੇ ਐਵੇਂ ਰੋਟੀਆਂ ਦਾ ਵੀ ਭੁੱਖਾ ਨਹੀਂ ਆ। ਉਹਨੇ ਮਜਬੂਰ ਕੀਤਾ ਤੇ ਉਹਦੀ ਸੇਵਾ ਟਹਿਲ ਤੋਂ ਅਲੀਸ਼ਾ ਨੂੰ ਇਹ ਪਤਾ ਲੱਗ ਗਿਆ ਕਿ ਇਸ ਨਗਰ ਦੇ ਵਿੱਚ ਕੋਈ ਕਾਬਲ ਔਰਤ ਹੈਗੀ ਆ ਜਿਹਦੇ ਘਰ ਦੇ ਵਿੱਚ ਠਹਿਰਿਆ ਜਾ ਸਕਦਾ, ਨਹੀਂ ਤੇ ਐਵੇਂ ਕਿਸੇ ਦੇ ਘਰ ਜਾਣ ਵਾਲਾ ਨਹੀਂ ਸੀਗਾ। ਤੇ ਫਿਰ ਲਿਖਿਆ ਵੀ ਜਦੋਂ ਕਦੇ ਲੰਘਦਾ ਸੀ ਤੇ ਫਿਰ ਰੋਟੀ ਖਾਣ ਦੇ ਲਈ, ਸਿਰਫ ਰੋਟੀ ਖਾਣ ਦੇ ਲਈ ਚਲ ਜਾਂਦਾ ਸੀ। ਹਾਂਜੀ, ਉਹ ਔਰਤ ਦੇ ਘਰ ਰੋਟੀ ਖਾਣ ਲਈ ਇਸ ਕਰਕੇ ਜਾਂਦਾ ਸੀ ਵੀ ਰੋਟੀ ਜਦੋਂ ਖਾਣ ਜਾਂਦਾ ਸੀ ਨਾ ਤੇ ਉਸ ਰੋਟੀ ਖਾਣ ਦੇ ਟਾਈਮ ਦੇ ਵਿੱਚ ਬਹੁਤ ਸਮਾਂ ਮਿਲਦਾ ਸੀ ਜਦੋਂ ਖੁਦਾ ਦੀਆਂ ਗੱਲਾਂ ਨੂੰ ਕੀ ਕੀਤਾ ਜਾਂਦਾ ਸੀ, ਸਾਂਝਾ ਕੀਤਾ ਜਾਂਦਾ ਸੀ ਹੈ ਨਾ। ਤੇ ਖੁਦਾ ਦੇ ਦਾਸ ਨੂੰ ਅਸੀਂ ਘਰ 'ਚ ਕਾਹਦੇ ਲਈ ਬਣਾਉਣਾ ਭਲਾ? ਖੁਦਾ ਦੀਆਂ ਗੱਲਾਂ ਨੂੰ ਸਾਂਝਾ, ਆਪਣੇ ਰੋਣ ਦੇ ਲਈ ਨਹੀਂ ਬਣਾਉਣਾ। ਬਲਦੇਵ ਕੰਮ 'ਤੇ ਨਹੀਂ ਜਾਂਦਾ, ਜੇ ਕੰਮ 'ਤੇ ਜਾਂਦਾ ਤੇ ਕੰਮ ਤੋਂ ਇੱਧਰ ਉੱਧਰ ਚਲ ਜਾਂਦਾ, ਮੈਂ ਇੰਤਜ਼ਾਰ ਕਰਦੀ ਰਹਿੰਦੀ ਹਾਂ ਤੇ ਫਿਰ ਮੈਂ ਫੋਨ ਕਰਦੀ। ਇਹਨਾਂ ਲਈ ਨਹੀਂ ਬੁਲਾਉਣਾ ਵੀ ਉਹਦੀਆਂ ਸ਼ਿਕਾਇਤਾਂ ਕਰਨੀ, ਕਾਹਦੇ ਲਈ ਬੁਲਾਉਣਾ ਭਲਾ? ਖੁਦਾ ਦੇ ਦਾਸ ਨੂੰ ਘਰ 'ਚ ਬੁਲਾਉਣਾ ਵੀ ਮੈਨੂੰ ਖੁਦਾ ਦਾ ਵਚਨ ਸੁਣਨ ਨੂੰ ਮਿਲੇ ਤੇ ਮੇਰੀ ਆਤਮਿਕ ਉન્નਤੀ ਤੇ ਤਰੱਕੀ ਹੋਵੇ। ਇਹ ਔਰਤ ਵੀ ਘਰ 'ਚ ਇਕੱਲੀ ਆ ਤੇ ਅਲੀਸ਼ਾ ਵੀ ਘਰ 'ਚ ਇਕੱਲਾ। ਲੇਕਿਨ ਵਚਨ ਦੇ ਵਿੱਚ ਜਦੋਂ ਇਹ ਦੋਨੇ ਜੋੜੇ ਗਏ ਨਾ ਤੇ ਇਹਨਾਂ ਦਾ ਕਿਰਦਾਰ ਜਿਹੜਾ ਹੈ ਉਹ ਖੁਦਾ ਦੀ ਨਜ਼ਰ 'ਚ ਕਿੱਡਾ ਵੱਡਾ ਆ। ਲਿਖਿਆ ਵੀ ਜਦੋਂ ਕਾਫੀ ਸਮਾਂ ਆਉਂਦਾ ਜਾਂਦਾ ਰਿਹਾ ਨਾ ਤੇ ਫਿਰ ਉਹਨੇ ਆਪਣੇ ਪਤੀ ਦੇ ਨਾਲ ਸਲਾਹ ਕੀਤੀ। ਤੇ ਪਤੀ ਨਾਲ ਜਦੋਂ ਸਲਾਹ ਕੀਤੀ, ਪਹਿਲਾਂ ਹੀ ਦੱਸਿਆ ਹੋਗਾ ਪਤੀ ਨੂੰ ਵੀ ਉਹ ਆਉਂਦਾ? ਹਾਂਜੀ, ਨਾ ਇਹ ਔਰਤ ਮੰਨੀ ਦੰਨੀ ਹੋਈ ਕਾਹਦੇ ਲਈ ਹੈ ਭਲਾ? ਕਿਰਦਾਰ ਔਰਤ ਦਾ ਆ, ਘਰ ਜਾਣਿਆ ਜਾਂਦਾ ਔਰਤ ਤੋਂ। ਇਸ ਕਰਕੇ ਖੂਬੀ ਉਹਦੀ ਭਲਾ ਕੀ ਆ? ਉਹ ਕੋਈ ਵੀ ਛੋਟੀ ਤੋਂ ਛੋਟੀ ਗੱਲ ਵੀ ਜਿਹੜੀ ਆ ਉਹ ਸਾਂਝੀ ਕਰਦੀ ਆ, ਸਾਂਝੀ ਕਰਨ ਦੀ ਵਜ੍ਹਾ ਕਰਕੇ ਦੱਸਦੀ ਆ। ਤੇ ਹੁਣ ਇਹਨੇ ਸੋਚਿਆ ਵੀ ਜਿਹੜਾ ਖੁਦਾ ਦਾ ਦਾਸ ਇਹ ਬਹੁਤੇ ਕੀਤੇ ਸਾਡੇ ਕੋਲ ਲੰਘਦਾ ਨਾ, ਉਹਦੇ ਬਾਰੇ ਕੀ ਕਹਿੰਦੇ ਆਪਣੇ ਪਤੀ ਨੂੰ ਪੜਾਂਗੇ ਜਿਹੜੀ ਗੱਲ ਜ਼ਬਰਦਸਤ ਆ ਉਹਦੀ। ਤਦ ਉਹਨੇ ਆਪਣੇ ਪਤੀ ਨੂੰ ਆਖਿਆ, ਦੇਖ ਭਈ ਉਹ ਜਿਹੜਾ ਬਹੁਤ ਕਰਕੇ ਸਾਡੇ ਪਾਸੋਂ ਲੰਘਦਾ ਹੈ, ਪਰਮੇਸ਼ਵਰ ਦਾ ਪਵਿੱਤਰ ਜਨ ਜਾਪਦਾ। ਬਸ ਆ ਹੈਗਾ, ਪਛਾਣ ਲਿਆ ਜੀ ਸੰਤ ਨੂੰ? ਕੀ ਕਹਿੰਦੀ ਭਲਾ? ਕੀ ਲੱਗਦਾ ਭਲਾ? ਪਰਮੇਸ਼ਵਰ ਦਾ ਪਵਿੱਤਰ ਜਨ ਜਾਪਦਾ। ਪਹਿਲੇ ਦਿਨ ਨਹੀਂ ਸੀ ਪਤਾ ਲੱਗਾ ਇਹਨੂੰ? ਜਿੱਦਣ ਜ਼ਬਰਦਸਤੀ ਉਹਨੂੰ ਰੋਟੀ ਖਿਲਾਈ ਆ ਉਦੋਂ ਪਤਾ ਨਹੀਂ ਸੀ ਲੱਗਾ? ਉਦੋਂ ਨਹੀਂ ਕਿਹਾ ਹੈ ਨਾ, ਦੂਜੀ ਤੀਜੀ ਚੌਥੀ ਵਾਰੀ ਵੀ ਨਹੀਂ ਕਿਹਾ। ਪਰ ਕਦੋਂ ਕਿਹਾ? ਜਦੋਂ ਕਾਫੀ ਸਮਾਂ ਉਹ ਆਉਂਦਾ ਜਾਂਦਾ ਰਿਹਾ ਤੇ ਫਿਰ ਉਹਨੇ ਆਪਣੇ ਪਤੀ ਨੂੰ ਕਿਹਾ, ਇਹ ਮੈਨੂੰ ਕੀ ਲੱਗਦਾ? ਇਹ ਲੱਗਦਾ ਹੈ ਪਰਮੇਸ਼ਰ ਦਾ। ਤੇ ਸਾਨੂੰ ਤਾਂ ਸਾਰੇ ਲੱਗਦੇ, ਜਦੋਂ ਤੁਸੀਂ ਤਾਂ ਦੱਸਿਆ ਬਾਈਬਲ ਜਿਹਦੇ ਹੱਥੀ ਫੜੀ ਸਾਨੂੰ ਉਹੀ ਪਵਿੱਤਰ ਜਾਨੀ ਲੱਗਦਾ ਹੈ ਨਾ। ਬਾਅਦ 'ਚ ਪਤਾ ਲੱਗਦਾ ਇਹ ਤਾਂ ਸਾਡੇ ਘਰੋਂ ਇੱਥੇ ਵਿਚਾਰੀ ਇੱਕ ਦੇ ਕੋਲੋਂ $3 ਲੱਖ ਲੈ ਗਿਆ। ਔਰ ਰੋਵੇ ਉਦੋਂ ਅਸੀਂ ਉਹਦੀ ਹਾਲਤ ਦੇਖ ਕੇ ਅਸੀਂ ਹੈਰਾਨ ਵੀ $3 ਲੱਖ ਕੋਈ ਪਾਦਰੀ ਆ ਕੇ ਤੇਰੇ ਕੋਲ ਲੁੱਟ ਕੇ ਲੈ ਕਿੱਦਾਂ ਗਿਆ? ਔਰ ਉਹਨਾਂ ਦੇ ਘਰ ਦੇ ਵਿੱਚ ਸਾਲ 1.5 ਸਾਲ ਰਹਿ ਕੇ ਗਿਆ। ਤੇ ਉਹ ਪਤੀ ਦੀਆਂ ਸ਼ਿਕਾਇਤਾਂ ਲਾਉਂਦੀ। ਪਾਸਟਰ ਫਿਨੇ ਕਹਿੰਦੇ ਤੂੰ ਤੇ ਸ਼ੁਕਰ ਕਰ ਵੀ ਤੇਰਾ ਪਤੀ ਨੇ ਤੈਨੂੰ ਰੱਖਿਆ ਹੋਇਆ। ਮੈਂ ਕਹਿੰਦਾ ਬੇਸ਼ੱਕ ਸੇਵਕ ਆ, ਮੈਂ ਤੇ ਧੌਣ ਤੇ ਛੁਰੀ ਫੇਰ ਦੇਣੀ ਸੀ। $3 ਲੱਖ ਕੋਈ ਛੋਟੀ ਰਕਮ ਥੋੜੀ ਆ। ਇੱਕ ਸੰਤ ਰੂਪੀ ਬੰਦਾ ਉਹਨਾਂ ਦੇ ਘਰ 'ਚ ਆ ਕੇ ਠੱਗੀ ਮਾਰ ਕੇ $3 ਲੱਖ ਲੈ ਕੇ ਨਿਕਲਦਾ ਲੱਗਿਆ। ਇਲਾਕੇ ਵੀ ਕਿੱਥੋਂ? ਕੇਰਲਾ ਤੋਂ। ਇਹਦੇ ਕੋਈ 1 ਸਾਲ 'ਚ ਨਹੀਂ ਪਛਾਣਿਆ ਗਿਆ ਠੱਗ। ਉਹਨੇ ਪਛਾਣਿਆ ਕਿ ਨਹੀਂ ਮਿੰਟ ਦੇ ਵਿੱਚ?
ਅਸਲ ਦੇ ਵਿੱਚ ਗਲਤੀ ਸਾਡੀ ਨਹੀਂ ਹੁੰਦੀ ਕਿ ਸਾਨੂੰ ਗਲਤ ਲੋਕ ਮਿਲਦੇ ਆ ਕਿ ਅਗਲਿਆਂ ਦੀ ਖੂਬੀ ਹੁੰਦੀ ਆ। ਹਾਂਜੀ, ਦੋਨੇ ਗੱਲਾਂ ਨੂੰ ਕਾਊਂਟ ਕਰਾਂਗੇ। ਅਗਲੇ ਦੀ ਖੂਬੀ ਆ ਵੀ ਉਹ ਠੱਗ ਗਿਆ, ਤੇ ਸਾਡੀ ਕਮਜ਼ੋਰੀ ਆ ਵੀ ਸਾਨੂੰ ਪਹਿਚਾਣ ਨਹੀਂ ਆ। ਕਹਿੰਦੀ ਵੀ ਉਹ ਤੇ ਕਿਤੇ ਜਿਹੜਾ ਲੰਘਦਾ ਮੈਨੂੰ ਕੀ ਲੱਗਦਾ ਪਰਮੇਸ਼ਰ ਦਾ ਪਵਿੱਤਰ, ਇਹਨੇ ਪਛਾਣ ਲਿਆ। ਅੱਜ ਅਸੀਂ ਵੀ ਪਹਿਚਾਨਣਾ ਆ ਪਰਮੇਸ਼ਰ ਦਾ ਪਵਿੱਤਰ ਜਨ ਹੈਗਾ ਵੀ ਆ ਕਿ ਨਹੀਂ। ਕਿੱਦਾਂ ਪਹਿਚਾਣ ਕਰਾਂਗੇ? ਹਾਂਜੀ, ਨਹੀਂ ਆਤਮਾ ਤੱਕ ਗਵਾਹੀ ਕਰੇਗਾ। ਆਤਮਾ ਤੋਂ ਬਿਨਾਂ ਦਾਸਾਂ ਦੀ ਪਹਿਚਾਣ ਦੱਸੀ ਗਈ ਬਾਈਬਲ ਦੇ ਵਿੱਚ। ਹਾਂਜੀ, ਇਹਦੇ ਵਿੱਚ ਵੀ ਚਾਪਲੂਸ ਹੋ ਸਕਦਾ, ਉਹ ਇਹਦੇ ਵਿੱਚ ਵੀ ਚਾਪਲੂਸ ਹੋ ਸਕਦਾ ਕਿਉਂਕਿ ਬੜੇ ਬਹਿਰੂਪੀ ਹੈ। ਲਿਖਿਆ ਵਚਨ ਦੇ ਵਿੱਚ ਵੀ ਲਿਖ ਕੇ ਦਿੱਤਾ ਆ ਵੀ ਭੇਡਾਂ ਦੇ ਰੂਪ ਦੇ ਵਿੱਚ ਭੇੜੀਏ ਹੋਣਗੇ। ਇਹਦਾ ਮਤਲਬ ਪਹਿਚਾਣ ਵੀ ਔਖੀ ਆ। ਤੇ ਕਰ ਕੌਣ ਸਕਦਾ ਆ? ਜਿਹਦਾ ਆਪਣਾ ਜੀਵਨ ਪਹਿਲਾਂ ਇਹਦੇ ਅਨੁਸਾਰ, ਜਿਹੜਾ ਆਪਣਾ ਜੀਵਨ ਇਹਦੇ ਅਨੁਸਾਰ ਹੈ ਨਾ, ਉਹ ਫਿਰ ਪਹਿਚਾਣ ਲੈਂਦਾ ਆ। ਤੇ ਜਿਹੜਾ ਆਪਣਾ ਜੀਵਨ ਇਹਦੇ ਅਨੁਸਾਰ ਨਹੀਂ, ਉਹਦੇ ਲਈ ਸਾਰੇ ਇੱਕੋ ਜਿਹੇ ਆ। ਕਮਲ ਦਾ ਫੁੱਲ, ਗੁਲਾਬ ਦਾ ਫੁੱਲ, ਸਾਰੇ ਇੱਕੋ ਹੀ ਆ। ਕਿਉਂਕਿ ਆਤਮਿਕ ਤੌਰ ਤੇ ਕੀ ਆ? ਅੰਨਾ ਆ, ਇਸ ਲਈ ਉਹਨੂੰ ਪਹਿਚਾਣ ਨਹੀਂ ਆ। ਪਰ ਜਿਹਨਾਂ ਦੀ ਅੱਖ ਖੁੱਲ ਗਈ ਆ, ਉਹ ਮਿੰਟ ਦੇ ਵਿੱਚ ਪਹਿਚਾਣ ਜਾਂਦੇ ਆ ਵੀ ਇਹ ਖੁਦਾ ਦਾ ਕੀ ਆ ਭਲਾ, ਪਵਿੱਤਰ ਜਨ ਜਾਪਦਾ ਆ। ਸੋ ਉਹਨਾਂ ਦਾ ਵਚਨ ਤੇ ਉਹਨਾਂ ਦਾ ਕਰਮ ਦੋਨੇ ਬਿਆਨ ਕਰਦੇ ਆ। ਜੋ ਦੱਸਦੇ ਆ ਉਹਦੇ ਮੁਤਾਬਕ ਉਹਨਾਂ ਦਾ ਜੀਵਨ ਵੀ ਚੱਲਦਾ ਆ, ਤੇ ਉਹ ਚੱਲਦਾ ਆ ਤੇ ਤਾਂ ਕਰਕੇ ਉਹ ਪਵਿੱਤਰ ਜਾਣੇ ਆ। ਸੋ ਅਸੀਂ ਦੇਖਣਾ ਆ ਵੀ ਇਹ ਲੰਘਿਆ ਆ, ਇਹ ਆ ਉਹ ਜਗਤ ਦੀ ਜੋਤੀ। ਤੇ ਅੱਜ ਅਸੀਂ ਖੁਦਾ ਦੇ ਫਜ਼ਲ ਦੇ ਨਾਲ ਉਹ ਜੋਤੀ ਬਣਾਏ ਗਏ ਆ, ਠਹਿਰਾਏ ਗਏ ਆ। ਖੁਦਾ ਨੇ ਸਾਨੂੰ ਇਹ ਪਦਵੀ ਦਿੱਤੀ ਹੈ। ਤੇ ਜਿੱਦਾਂ ਅਲੀਸ਼ਾ ਉਸ ਨਗਰ ਦੀ ਉਸ ਔਰਤ ਦੇ ਉੱਤੇ ਉਸ ਜੋਤੀ ਨੂੰ ਪ੍ਰਗਟ ਕਰਨ ਦੇ ਵਿੱਚ ਕਾਮਯਾਬ ਹੋਇਆ, ਉਸ ਔਰਤ ਨੇ ਅਲੀਸ਼ਾ ਬਾਰੇ ਗਵਾਹੀ ਦਿੱਤੀ ਹੈ, ਅਲੀਸ਼ਾ ਨੇ ਨਹੀਂ ਦਿੱਤੀ। ਖਾਸ ਗੱਲ ਕੀ ਆ? ਅਲੀਸ਼ਾ ਨੇ ਆਪਣੇ ਗੁਣ ਜਾ ਕੇ ਨਹੀਂ ਕਹਾ ਬੀਬੀ ਮੈਂ ਬੜਾ ਪਵਿੱਤਰ, ਬਾਕੀ ਤਾਂ ਐਵੇਂ ਨਬੀ ਉੱਦਾਂ ਹੀ ਆ, ਮੈਂ ਤੇ ਅਲੀਸ਼ਾ ਦਾ ਬੁਲਾਇਆ ਹੋਇਆ ਬੰਦਾ, ਏਲੀਆ ਦਾ ਬੁਲਾਇਆ ਹੋਇਆ, ਮੈਂ ਕਿਸੇ ਆਮ ਬੰਦੇ ਦਾ ਸ਼ਾਗਿਰਦ ਨਹੀਂਗਾ, ਮੈਂ ਤੇ ਉਹਦਾ ਸ਼ਾਗਿਰਦ ਆ ਜਿਹਨੂੰ ਲੈਣ ਲਈ ਆਕਾਸ਼ ਤੋਂ ਰੱਥ ਆਏ ਸੀਗੇ, ਜਿਹਦੇ ਵਾਂਗੂ ਕੋਈ ਗਿਆ ਹੀ ਨਹੀਂ ਆਕਾਸ਼ ਦੇ ਉੱਤੇ, ਅਗਨੀ ਰੱਥਾਂ ਦੇ ਵਿੱਚ ਸਵਾਰ ਹੋ ਕੇ ਗਿਆ ਮੇਰਾ ਉਸਤਾਦ, ਮੈਂ ਤੇ ਉਹਦਾ ਚੇਲਾ। ਇਹ ਆਪਣੀਆਂ ਖੂਬੀਆਂ ਨਹੀਂ ਦੱਸਦਾ ਵੀ ਮੈਂ ਕੌਣ ਆ, ਬਲਕਿ ਉਸ ਔਰਤ ਨੇ ਇਹਦੇ ਜੀਵਨ ਨੂੰ ਭਾਂਪ ਲਿਆ। ਇਹ ਜੈਸਾ ਹੈ ਔਰ ਜੈਸਾ ਵਚਨ ਦੇ ਅਨੁਸਾਰ ਇੱਕ ਦਾਸ ਹੋਣਾ ਚਾਹੀਦਾ, ਇਹ ਵੈਸਾ ਹੀ ਆ। ਇਹਨੇ ਉਸ ਜੋਤੀ ਨੂੰ ਸਿੱਧ ਕੀਤਾ ਹੈ। ਅਸੀਂ ਸਾਰਿਆਂ ਨੂੰ ਹੁਣ ਜੋਤੀ ਬਣਾਇਆ। ਸਿਰਫ ਸੇਵਕ ਹੀ ਜੋਤੀ ਨਹੀਂਗਾ, ਬਲਕਿ ਕਲੀਸਿਆ ਦਾ ਹਰ ਮੈਂਬਰ ਕੀ ਆ ਭਲਾ, ਜੋਤੀ ਆ। ਤੇ ਇਸ ਜੋਤੀ ਨੇ ਲੋਕਾਂ ਦੇ ਵਿੱਚ ਜਾਣਾ ਆ ਤੇ ਲੋਕਾਂ ਨੂੰ ਹਨੇਰੇ ਤੋਂ ਕੱਢ ਕੇ ਲਿਆਉਣਾ ਆ। ਤੇ ਇਹਦਾ ਆਪਣਾ ਜੀਵਨ ਸਭ ਤੋਂ ਪਹਿਲਾਂ ਜੋਤੀਮय ਹੋਣਾ ਚਾਹੀਦਾ ਆ। ਤੇ ਇਹਦੀ ਜੋਤੀ ਨੂੰ ਦੇਖ ਕੇ ਲੋਕ ਗਵਾਹੀ ਦੇਣ, ਜਿੱਦਾਂ ਅਲੀਸ਼ਾ ਦੀ ਇਸ ਔਰਤ ਨੇ ਅਲੀਸ਼ਾ ਦੇ ਬਾਰੇ 'ਚ ਦਿੱਤੀ ਆ ਕਿ ਉਹ ਮੈਨੂੰ ਪਰਮੇਸ਼ਰ ਦਾ ਕੀ ਪਵਿੱਤਰ ਜਨ ਜਾਪਦਾ। ਅੱਜ ਕੱਲ੍ਹ ਤਾਂ ਸਾਰੇ ਪਵਿੱਤਰ ਲੱਗਦੇ ਹਨ। ਸੋ ਮੁੱਖ ਦੀ ਗੱਲ ਅਸੀਂ ਫਿਰ ਦੁਬਾਰਾ ਉੱਥੇ ਆ ਜਾਂਦੇ ਹਾਂ। ਅਸੀਂ 3 ਆਇਤ ਤੋਂ ਲੈ ਕੇ 14 ਆਇਤ ਤੱਕ ਇੰਨੇ ਵੇਰਵੇ ਪੜ੍ਹੇ ਆ। ਤੇ ਸਾਡਾ ਮੁੱਖ ਵਿਸ਼ਾ ਸੀਗਾ ਵੀ ਅਸੀਂ ਕਿਸ ਤਰੀਕੇ ਦੇ ਨਾਲ ਇਹ ਦਾਅਵੇ ਕਰਦੇ ਹਾਂ ਵੀ ਅਸੀਂ ਸਵਰਗ ਦੇ ਰਾਜ ਵਿੱਚ ਜਾਵਾਂਗੇ। ਕੀ ਇਹਨਾਂ ਵਿੱਚੋਂ ਸਾਡੇ ਵਿੱਚ ਕੋਈ ਇੱਕ ਵੀ ਖੂਬੀ ਹੈਗੀ ਹੈ? ਕਿ ਅੱਜ ਤੱਕ ਅਸੀਂ ਕਿਸੇ ਦੇ ਲਈ ਨਮਕ ਬਣੇ? ਕਿ ਅੱਜ ਤੱਕ ਅਸੀਂ ਕਿਸੇ ਲਈ ਜੋਤੀ ਬਣੇ? ਕਿ ਅੱਜ ਤੱਕ ਅਸੀਂ ਹਲੀਮਗੀ ਦਿਖਾਈ? ਕਿ ਅੱਜ ਤੱਕ ਅਸੀਂ ਕੋਈ ਨਮਰਤਾਈ ਦਿਖਾਈ? ਕਿ ਅੱਜ ਤੱਕ ਅਸੀਂ ਕਿਸੇ ਦਾ ਮੇਲ ਕਰਾਉਣ ਦੇ ਵਿੱਚ ਕਾਮਯਾਬ, ਕਿ ਤੋੜਨ ਦੇ ਵਿੱਚ ਹੀ ਕਾਮਯਾਬ ਹੋਏ ਹਾਂ? ਕਿ ਅਸੀਂ ਅੱਜ ਤੱਕ ਕੋਈ ਇੱਦਾਂ ਦਾ ਕਰਮ ਕੀਤਾ ਕਿ ਅਸੀਂ ਪਰਮੇਸ਼ਰ ਦੇ ਪੁੱਤਰ ਕਹਿਲਾ ਸਕੀਏ? ਸੋ ਸਿਰਫ ਔਰ ਸਿਰਫ ਸਾਡੇ ਵਚਨ ਚੰਗੇ ਸੁਣਾਉਣ ਦੇ ਨਾਲ, ਸਾਡੀਆਂ ਚੰਗੀਆਂ ਗੱਲਾਂ ਕਰਨ ਦੇ ਨਾਲ ਖੁਦਾ ਦਾ ਕੰਮ ਪੂਰਾ ਹੋਣ ਵਾਲਾ ਨਹੀਂ ਆ, ਬਲਕਿ ਇਹ ਚੀਜ਼ਾਂ ਜਦੋਂ ਸਾਡੇ ਜੀਵਨ ਦੇ ਵਿੱਚ ਹੋਣਗੀਆਂ ਤੇ ਸਵਰਗ ਦੇ ਵਿੱਚ ਸਾਡੇ ਉੱਤੇ ਮੋਹਰ ਲਾਈ ਜਾਂਦੀ ਆ, ਇਹ ਮੇਰਾ ਧਰਮੀ ਬੰਦਾ ਹੈ ਜਿਹੜਾ ਮੇਰੇ ਰਾਜ ਦਾ ਅਧਿਕਾਰੀ ਆ। ਉਸ ਮੋਹਰ ਨੂੰ ਅਸੀਂ ਲਵਾਉਣ ਦੇ ਵਿੱਚ ਕਾਮਯਾਬ ਤਦ ਹੋਵਾਂਗੇ ਜਦ ਇਹ ਸਾਰੀਆਂ ਚੀਜ਼ਾਂ ਸਾਡੇ ਵਿੱਚ ਉਸੇ ਤਰ੍ਹਾਂ ਨਾਲ ਹੋਣਗੀਆਂ। ਕਿਉਂਕਿ ਸਭ ਤੋਂ ਵੱਡਾ ਸਾਡੇ 'ਤੇ ਰਹਿਮ ਇਹ ਹੋਇਆ ਵੀ ਪਰਮੇਸ਼ਵਰ ਦੇ ਘਰ ਦੇ ਵਿੱਚ ਜਨਮ ਲੈਣ ਦਾ ਸਾਨੂੰ ਕੀ ਹੈ, ਮੌਕਾ ਮਿਲਿਆ ਹੈ। ਅਤੇ ਅਗਲੇ ਐਤਵਾਰ ਅਸੀਂ ਇਹ ਸਿੱਖਾਂਗੇ ਕਿ ਪਰਮੇਸ਼ਵਰ ਦੇ ਘਰ ਦੇ ਵਿੱਚ ਜਿਹੜਾ ਜਨਮ ਲੈਣਾ ਨਾ, ਉਹਦਾ ਅਰਥ ਕੀ ਹੈ। ਔਰ ਅਰਥ ਦੇ ਵਿੱਚ ਅਸੀਂ ਪੜ੍ਹਦੇ ਹਾਂ ਆਪਣੇ, ਇਹ ਮੈਂ ਇਸ ਕਰਕੇ ਦੱਸਣ ਲੱਗਾ ਤਾਂ ਕਿ ਤੁਹਾਨੂੰ ਚੇਤਾ ਰਹੇ। ਕੁਛ ਦੀ ਕਿਤਾਬ ਦੇ ਵਿੱਚ ਆਈ ਥਿੰਕ 21 ਅਧਿਆਏ ਦੇ ਵਿੱਚ ਲਿਖਿਆ ਆ ਵੀ ਗੁਲਾਮ ਜਿਹੜੇ ਹੁੰਦੇ ਸੀ ਨਾ, ਜਦੋਂ ਖਰੀਦ ਕੇ ਲਿਆਏ ਜਾਂਦੇ ਸੀ, ਅਤੇ ਮੰਨ ਲਓ ਤੁਸੀਂ ਇੱਕ ਗੁਲਾਮ ਨੂੰ ਖਰੀਦ ਕੇ ਲਿਆਏ ਹੋ, ਇੱਕ ਔਰਤ ਅਤੇ ਇੱਕ ਮਰਦ ਨੂੰ, ਉਹ ਪਤੀ ਪਤਨੀ ਨਹੀਂਗੇ,
ਬਾਜ਼ਾਰ ਦੇ ਵਿੱਚ ਜਿੱਦਾਂ ਡੰਗਰਾਂ ਦੀਆਂ ਬੋਲੀਆਂ ਲੱਗਦੀਆਂ ਉੱਦਾਂ ਗੁਲਾਮ ਵੇਚੇ ਜਾਂਦੇ, ਇਨਸਾਨ ਵੀ ਵੇਚੇ ਜਾਂਦੇ ਸੀ ਉਹਨਾਂ ਸਮਿਆਂ ਦੇ ਵਿੱਚ, ਇਨਸਾਨ ਵੀ ਵੇਚੇ ਜਾਂਦੇ ਸੀ। ਸੰਤ ਪੌਲੁਸ ਜੋ ਰੋਮੀਓ ਦੀ ਪੱਤਰੀ ਲਿਖ ਰਿਹਾ ਨਾ, ਉਸ ਸਮੇਂ ਵਿੱਚ ਵੀ ਇਹ ਸਾਰਾ ਚਰਨ ਚੱਲਦਾ ਸੀ। ਔਰ ਮੰਨ ਲਓ ਤੁਸੀਂ ਇੱਕ ਗੁਲਾਮ ਨੂੰ ਖਰੀਦ ਲਿਆਓ, ਇੱਕ ਮਰਦ ਨੂੰ ਤੇ ਇੱਕ ਔਰਤ ਨੂੰ, ਤੁਸੀਂ ਹੈਗੇ ਉਹਨਾਂ ਦੇ ਮਾਲਕ। ਹੁਣ ਤੁਸੀਂ ਆਪਣੀ ਇੱਛਾ ਦੇ ਨਾਲ ਉਹਨਾਂ ਨੂੰ ਕਿਹਾ ਵੀ ਮੈਂ ਚਾਹੁੰਦਾ ਵੀ ਤੁਸੀਂ ਪਤੀ ਪਤਨੀ ਬਣ ਕੇ ਰਹੋ, ਤੇ ਤੁਸੀਂ ਉਹਨਾਂ ਨੂੰ ਪਤੀ ਪਤਨੀ ਹੋਣ ਦਾ ਦੇ ਦਿੱਤਾ, ਹੱਕ ਮਾਲਕ ਤੁਸੀਂ ਉਹਨਾਂ ਦੋਨਾਂ ਦੇ ਆ। ਉਹਨਾਂ ਦੇ ਫਿਰ ਹੋ ਗਿਆ ਇੱਕ ਬੱਚਾ ਪੈਦਾ, ਤੇ ਬੱਚਾ ਹੁਣ ਕਿਹਦਾ ਦਾ? ਬਸ ਇਹ ਸਮਝਾਂਗੇ ਅਸੀਂ ਅਗਲੇ ਐਤਵਾਰ। ਉਹ ਬੱਚਾ ਉਸ ਔਰਤ ਤੇ ਉਸ ਮਰਦ ਦਾ ਨਹੀਂ ਕਹਿਲਾਉਂਦਾ ਵਿਧੀ ਦੇ ਅਨੁਸਾਰ, ਉਹ ਬੱਚਾ ਉਸ ਮਾਲਕ ਦਾ ਆ। ਕਿਹਦਾ? ਨਾ 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 ਨਾ, ਇਹ ਤਾਂ ਸਮਝਾਉਣਾ ਅਗਲੇ ਐਤਵਾਰ। ਤੁਹਾਨੂੰ ਤਾਂ ਇਹ ਦੱਸਿਆ ਨਾ, ਇਸ ਕਰਕੇ ਦੁਆ ਦੇ ਨਾਲ ਆਇਓ ਤਾਂ ਕਿ ਉਸ ਵਿਸ਼ੇ ਨੂੰ ਸਮਝ ਸਕੋ। ਉਸੇ ਦੌਰਾਨ ਉਹ ਜਿਹੜਾ ਗੁਲਾਮਾਂ ਨੂੰ ਖਰੀਦ ਕੇ ਲਿਆਇਆ, ਉਹਦੇ ਵੀ ਬੱਚਾ ਹੋਇਆ ਘਰ 'ਚ ਆਪਣੀ ਔਰਤ ਤੋਂ। ਇੱਕ ਉਹਨਾਂ ਗੁਲਾਮਾਂ ਤੋਂ ਹੋਇਆ, ਉਹ ਬੱਚੇ ਦੇ ਉੱਤੇ ਉਸ ਖਰੀਦਣ ਵਾਲੇ ਦਾ ਅਧਿਕਾਰ ਆ। ਔਰ ਇੱਕ ਉਹਦੇ ਆਪਣੇ ਘਰ ਆਪਣੀ ਪਤਨੀ ਤੋਂ ਹੋਇਆ ਆ। ਉਹ ਤੇ ਹੈ ਹੀ ਉਹਦਾ ਨਾ। ਹੁਣ ਦਾਸਤਵ ਦੀ ਆਤਮਾ ਤੇ ਪੁੱਤਰਤਵ ਦੀ ਆਤਮਾ ਦੇ ਵਿੱਚ ਫਰਕ ਕੀ ਹੈ? ਔਰ ਵਿਧੀ ਕੀ ਕਹਿੰਦੀ ਆ? ਉਸ ਨਿਯਮ ਦੇ ਅਨੁਸਾਰ ਜਿਹੜਾ ਮੂਸਾ ਦੇ ਦੁਆਰਾ ਬਣਾਇਆ ਗਿਆ, ਇਹ ਜਿਹੜਾ ਦਾਸ ਦਾਸੀ ਤੋਂ ਗੁਲਾਮਾਂ ਤੋਂ ਪੈਦਾ ਹੋਇਆ ਆ, ਉਹਦੇ ਉੱਤੇ ਅਧਿਕਾਰ ਇਸ ਮਾਲਕ ਦਾ ਆ। ਪਰ ਗਲਤੀ ਦੇ ਨਾਲ ਉਹ ਪੁੱਤਰ ਕਿਤੇ ਇਸ ਮਾਲਕ ਨੂੰ ਬਾਪ ਕਹਿ ਕੇ ਪੁਕਾਰ ਲਊਗਾ ਤੇ ਉਹਨੂੰ ਸਜ਼ਾਏ ਮੌਤ ਆ। ਗੁਲਾਮ ਦੇ ਬੱਚੇ ਉਹਦੇ ਤੇ ਅਧਿਕਾਰ ਕਿਹਦਾ ਆ? ਮਾਲਕ ਦਾ ਆ। ਲੇਕਿਨ ਇਹ ਬੱਚਾ ਜਿਹੜਾ ਆ, ਜਿਹਦੇ ਉੱਤੇ ਇਖਤਿਆਰ ਉਹਦਾ ਪੂਰਾ ਆ, ਪਰ ਇਹ ਬੱਚਾ ਆਪਣੇ ਉਸ ਮਾਲਕ ਨੂੰ ਬਾਪ ਕਹਿ ਕੇ ਨਹੀਂ ਪੁਕਾਰ ਸਕਦਾ। ਇਸ ਲਈ ਵਚਨ 'ਚ ਲਿਖਿਆ, ਮੁਬਾਰਕ ਆ ਤੁਹਾਡੀ ਜ਼ਿੰਦਗੀ, ਤੁਹਾਨੂੰ ਅੱਬਾ ਹੈ ਪਿਤਾ ਕਹਿਣ ਦਾ ਅਧਿਕਾਰ ਮਿਲਿਆ ਹੈ, ਪ੍ਰਾਪਤ ਹੋਇਆ। ਸੋ ਅਗਲੇ ਐਤਵਾਰ ਪ੍ਰਾਰਥਨਾ ਦੇ ਨਾਲ ਅਸੀਂ ਆਵਾਂਗੇ ਔਰ ਇਸ ਵਿਸ਼ੇ ਨੂੰ ਅੱਗੇ ਲੈ ਕੇ ਜਾਵਾਂਗੇ ਕਿ ਅਸੀਂ ਐਵੇਂ ਨਾ ਦਾਅਵੇ ਦੁਵੇ ਕਰਦੇ ਰਹੀਏ। ਪਹਿਲਾਂ ਦੇਖੀਏ ਕਿ ਗੁਲਾਮੀ ਦੀ ਸੰਤਾਨ ਤੇ ਨਹੀਂ ਕਿਤੇ, ਜਾਂ ਵਾਕਿਆ ਹੀ ਪਰਮੇਸ਼ਵਰ ਦੇ ਘਰ ਦੇ ਵਿੱਚ, ਜਿਵੇਂ ਪਤਰਸ ਕਹਿੰਦਾ ਹੈ ਵੀ ਤੁਸੀਂ ਅਵਿਨਾਸ਼ੀ ਬੀਜ ਤੋਂ, ਸਦਾ ਠਹਿਰਨ ਵਾਲੇ ਪਰਮੇਸ਼ਵਰ ਦੇ ਵਚਨ ਤੋਂ ਪੈਦਾ ਹੋਏ, ਉਹਦੇ ਬੀਜ ਤੋਂ ਪੈਦਾ ਹੋਏ ਆ। ਆਓ ਆਪਣੀ ਅੱਖਾਂ ਨੂੰ ਬੰਦ ਕਰਦੇ ਹਾਂ, ਸਿਰਾਂ ਝੁਕਾਉਂਦੇ ਹਾਂ, ਦੁਆ ਕਰਦੇ ਹਾਂ। ਪਿਆਰੇ ਖੁਦਾਵੰ ਖੁਦਾ, ਤੇਰਾ ਧੰਨਵਾਦ ਕਰਦੇ ਹਾਂ ਤੇਰੀ ਦਇਆ ਤੇਰੀ ਮੁਹੱਬਤ ਦੇ ਵਾਸਤੇ, ਤੇਰੇ ਲੋਕਾਂ ਦੇ ਲਈ ਖੁਦਾਵੰਦ ਜਿਨ੍ਹਾਂ 'ਚ ਤੇਰੇ ਵਚਨ ਦੇ ਬੀਜ ਨੂੰ ਬੀਜਿਆ ਗਿਆ, ਆਉਣ ਵਾਲੇ ਸਮੇਂ 'ਚ 100 ਗੁਣਾ ਫਲ ਲੈ ਕੇ ਆਵੇ ਖੁਦਾਵੰਦ। ਹਰੇਕ ਜ਼ਿੰਦਗੀ ਦੇ ਲਈ ਤੇਰੇ ਵੱਡੇ ਰਹਿਮ ਨੂੰ ਮੰਗ ਲੈਂਦੇ ਹਾਂ ਖੁਦਾਵੰਦ। ਔਰ ਜਿਸ ਮਕਸਦ ਦੇ ਲਈ ਤੁਸੀਂ ਆਪਣੇ ਲੋਕਾਂ ਨੂੰ ਬੁਲਾਇਆ ਔਰ ਨਵਾਂ ਜਨਮ ਲੈਣ ਦਾ ਮੌਕਾ ਦਿੱਤਾ ਖੁਦਾਵੰਦ, ਆਪਣੇ ਘਰ 'ਚ ਜਨਮ ਲੈਣ ਦਾ ਮੌਕਾ ਦਿੱਤਾ, ਉਸ ਖੁਦਾਵੰਦ ਅਧਿਕਾਰ ਨੂੰ ਪ੍ਰਾਪਤ ਹੋ ਸਕਣ ਖੁਦਾਵੰਦ। ਜੈਸਾ ਲਿਖਾ ਹੈ ਕਿ ਜੇ ਤੁਸੀਂ ਪੁੱਤਰ ਹੋ ਤੇ ਅਧਿਕਾਰੀ ਵੀ ਹੋ, ਔਰ ਪੂਰੇ ਸਾਂਝੇ ਅਧਿਕਾਰੀ, ਔਰ ਵੈਸੇ ਹੀ ਤੇਰੇ ਰਾਜ ਦੇ ਅਧਿਕਾਰੀ ਬਣ ਸਕਣ ਖੁਦਾਵੰਦ। ਹਰੇਕ ਜ਼ਿੰਦਗੀ ਦੇ ਉੱਤੇ ਤੇਰਾ ਰਹਿਮ ਬਣਿਆ ਰਹੇ। ਸਾਡੀ ਪ੍ਰਾਰਥਨਾ ਨੂੰ ਸੁਣੋ, ਕਬੂਲ ਕਰੋ ਮਸੀਹ ਯਿਸੂ ਦੇ ਨਾਮ ਦੇ ਵਿੱਚ, ਆਮੀਨ। ਹੁਣ ਸਾਡੇ ਖੁਦਾਵੰਦ ਯਿਸੂ ਮਸੀਹ ਦਾ ਫਜ਼ਲ, ਖੁਦਾ ਬਾਪ ਦੀ ਮੁਹੱਬਤ, ਪਾਕ ਰੂਹ ਦੀ ਸੰਗਤ ਹੁਣ ਤੋਂ ਲੈ ਕੇ ਹਮੇਸ਼ਾ ਤੱਕ ਉਹਦੇ ਤਮਾਮ ਲੋਕਾਂ ਦੇ ਨਾਲ ਬਣੀ ਰਹੇ, ਆਮੀਨ। ਸਾਰਿਆਂ ਜੈ ਮਸੀਹ ਕੀ। ਖੁਦਾ ਦੇ ਨਾਲ।